ਅੰਬਰਾਂ ਚੋਂ ਵਸਦੇ ਨੇ ਮੀਂਹ, ਅੰਬਰਾਂ ਚੋਂ ਵਸਦੇ ਨੇ। ਪਟਣੇ ਚ ਚੰਨ ਚੜਿਆ ਫੁੱਲ ਬਾਗਾਂ ਚ ਹੱਸਦੇ ਨੇ, ਫੁੱਲ ਬਾਗਾਂ ਚ ਹੱਸਦੇ ਨੇ। ਪਟਣੇ ਚ ਚੰਨ ਚੜਿਆ ਸੋਹਣਾ ਦੇਸ਼ ਬਚਾਇਆ ਸੀ, ਸੋਹਣਾ ਦੇਸ਼ ਬਚਾਇਆ ਸੀ। ਹੱਸ ਹੱਸ ਪਿਤਾ ਜੀ ਨੂੰ ਅੱਗੇ ਮੌਤ ਤੇ ਲਾਇਆ ਸੀ, ਅੱਗੇ ਮੌਤ ਦੇ ਲਾਇਆ ਸੀ। ਹੱਸ ਹੱਸ ਪਿਤਾ ਜੀ ਨੂੰ ਗੱਲਾਂ ਧੁੰਮੀਆਂ ਆਕਾਸ਼ਾਂ ਤੇ, ਗੱਲਾਂ ਧੁੰਮੀਆਂ ਆਕਾਸ਼ਾਂ ਤੇ, ਗੱਲਾਂ ਧੁੰਮੀਆਂ ਆਕਾਸ਼ਾਂ ਤੇ। ਕੌਮ ਦੀਆਂ ਨੀਹਾਂ ਰੱਖੀਆਂ ਪੁੱਤਰਾਂ ਦੀਆਂ ਲਾਸ਼ਾਂ ਤੇ, ਪੁੱਤਰਾਂ ਦੀਆਂ ਲਾਸ਼ਾਂ ਤੇ। ਕੌਮ ਦੀਆਂ ਨੀਹਾਂ ਰੱਖੀਆਂ ਬੇੜੀ ਦੇਸ਼ ਦੀ ਤਾਰ ਗਿਆ, ਬੇੜੀ ਦੇਸ਼ ਦੀ ਤਾਰ ਗਿਆ। ਦੁਖੀਆਂ ਦੇ ਦੁੱਖ ਬਦਲੇ ਪੁੱਤ ਚਾਰੇ ਹੀ ਵਾਰ ਗਿਆ, ਪੁੱਤ ਚਾਰੇ ਹੀ ਵਾਰ ਗਿਆ। ਦੁਖੀਆਂ ਦੇ ਦੁੱਖ ਬਦਲੇ ਇਹ ਮਾਛੀਵਾੜਾ ਹੈ, ਇਹ ਮਾਛੀਵਾੜਾ ਹੈ, ਇਹ ਮਾਛੀਵਾੜਾ ਹੈ। ਕੰਡਿਆਂ ਦੀ ਛੇਜ ਤੇ ਸੁਤਾ ਕੁਰਬਾਨੀ ਦਾ ਲਾੜਾ ਹੈ, ਕੁਰਬਾਨੀ ਦਾ ਲਾੜਾ ਹੈ। ਕੰਡਿਆਂ ਦੀ ਛੇਜ ਤੇ ਸੁਤਾ ਇਹਨੂੰ ਨੀਂਦਰ ਆਉਣ ਦਿਓ, ਇਹਨੂੰ ਨੀਂਦਰ ਆਉਣ ਦਿਓ। ਲੱਥਾ ਅੱਜ ਭਾਰ ਸਿਰ ਤੋਂ ਰੱਜ ਰੱਜ ਕੇ ਸੌਣ ਦਿਓ, ਰੱਜ ਰੱਜ ਕੇ ਸੌਣ ਦਿਓ। ਲੱਥਾ ਅੱਜ ਭਾਰ ਸਿਰ ਤੋਂ ਅੱਖਾਂ ਨੀਰੀ ਉਛਾਲਦੀਆਂ, ਅੱਖਾਂ ਨੀਰ ਉਛਾਲਦੀਆਂ, ਅੱਖਾਂ ਨੀਰ ਉਛਾਲਦੀਆਂ। ਰਹਿਣਗੀਆਂ ਸਦਾ ਜੱਗ ਤੇ ਗੱਲਾਂ ਗੁਜਰੀ ਦੇ ਲਾਲ ਦੀਆਂ, ਗੱਲਾਂ ਗੁਜਰੀ ਦੇ ਲਾਲ ਦੀਆਂ। ਰਹਿਣਗੀਆਂ ਸਦਾ ਜੱਗ ਤੇ ਵਾ ਪ੍ਰਗਟਿਓ ਮਰਦ ਅਗੰਮੜਾ, ਵਰਿਆਮ ਅਕੇਲਾ। ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰੂ ਚੇਲਾ। ਥੋੜਾ ਜਿਹਾ ਸਾਊਂਡ ਖੋਲ ਮੇਰਾ। ਵਾਲੀ ਕੁਲ ਆਲਮ ਸਾਹਿਬ ਦੁ ਆਲਮ ਚਵਰ ਛਤਰ ਤਖਤ ਦੇ ਮਾਲਕ, ਗੱਦੀ ਤੇ ਸੁਭਾਇਮਾਨ ਕਲਯੁਗ ਦੇ ਉਧਾਰ ਕਰਤਾ। ਸਮੁੱਚੀ ਕਾਇਨਾਤ ਦੇ ਸਾਂਝੇ ਰਹਿਬਰ ਸਰਵਰੇ ਕਾਇਨਾਤ, ਰੂਹਾਨੀਅਤ ਦੇ ਮੁਜੱਸਮੇ
ਸਾਂਝੀ ਵਾਲਤਾ ਦੇ ਰਹਿਬਰ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਬਾਰਗਾਹ ਦੇ ਅੰਦਰ ਹਰ ਸਾਲ ਦੀ ਤਰ੍ਹਾਂ ਇਕੱਤਰ ਹੋਏ ਹਾਂ। ਸਤਿਗੁਰੂ ਕਿਰਪਾ ਕਰੇ ਹਾਜ਼ਰੀ ਉਸ ਦਰਗਾਹ ਦੇ ਅੰਦਰ ਪ੍ਰਵਾਨ ਹੋ ਸਕੇ। ਸਾਹਿਬ ਦੇ ਸੋਹਿਲਿਆਂ ਦਾ ਜ਼ਿਕਰ ਆਪ ਜੀਆਂ ਦੀ ਖਿਦਮਤ ਦੇ ਅੰਦਰ ਵੱਖ-ਵੱਖ ਬੁਲਾਰਿਆਂ ਨੇ ਰੱਖਣ ਦਾ ਯਤਨ ਕੀਤਾ ਹੈ। ਰੱਬ ਦੀ ਕੀਰਤੀ ਕਰਦਿਆਂ ਕੀਰਤਨ ਰੂਪ ਅੰਦਰ ਕਥਾ ਵਿਚਾਰਾਂ ਦੇ ਰੂਪ ਅੰਦਰ ਕਵਿਤਾਵਾਂ ਦੇ ਰੂਪ ਅੰਦਰ ਤੁਹਾਡੀ ਖਿਦਮਤ ਦੇ ਅੰਦਰ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਸਭੇ ਕਮਾਲ ਦੇ ਆਗਮਨ ਨੂੰ ਤੁਹਾਡੀ ਖਿਦਮਤ ਵਿੱਚ ਰੱਖਣ ਦਾ ਯਤਨ ਕੀਤਾ ਹੈ। ਕੱਲ ਦਾ ਦਿਨ ਵਿੱਚ ਹੈ ਤੇ ਪਰਸੋਂ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਪਾਵਨ ਦਿਹਾੜਾ ਆ ਰਿਹਾ ਔਰ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਸਮਰਪਿਤ ਤੇ ਕਲਗੀ ਵਾਲੇ ਸੱਚੇ ਪਾਤਸ਼ਾਹ ਮਹਾਰਾਜ ਨੂੰ ਸਮਰਪਿਤ ਮਨ ਬਣਿਆ ਇੱਕ ਮਿਲਦਾ ਜੁਲਦਾ ਤੇ ਸਾਂਝਾ ਜਿਹਾ ਪ੍ਰਸੰਗ ਤੁਹਾਡੀ ਖਿਦਮਤ ਵਿੱਚ ਰੱਖਣ ਦਾ ਯਤਨ ਕਰਾਂ। ਕੋਈ ਵੀ ਰਸਮ ਦਾ ਵਾਂਝੀ ਨਾ ਰਹੇ। ਆਪਾਂ ਹਾਜ਼ਰੀਆਂ ਲਗਵਾਉਣ ਵਾਸਤੇ ਇਕੱਤਰ ਹੋਏ ਆ ਤੇ ਮੇਰੇ ਸਤਿਗੁਰੂ ਬਖਸ਼ਿਸ਼ ਕਰਨ ਕਿਰਪਾ ਕਰਨ ਇਹ ਹਾਜ਼ਰੀ ਦਰਗਾਹ ਤੇ ਪ੍ਰਵਾਨ ਕਰ ਲੈਣ। ਜਿਹੜੀ ਸੰਗਤ ਦੇਸ਼ ਵਿਦੇਸ਼ ਦੀ ਧਰਤੀ ਤੇ ਬੈਠੀ ਹੈ, ਪ੍ਰਬੰਧਕ ਜਨਾਂ ਨੇ ਲਾਈਵ ਪ੍ਰੋਗਰਾਮ ਦਾ ਉਪਰਾਲਾ ਕੀਤਾ ਹੈ। ਸਿੰਘ ਟੀਵੀ ਲਾਈਵ ਦੇ ਉੱਪਰ ਲਾਈਵ ਚੱਲ ਰਿਹਾ ਹੈ। ਬੇਸ਼ੱਕ ਸਮੇਂ ਦਾ ਹੇਰ ਫੇਰੇ ਪਰ ਉਹ ਵੀ ਆਪਣਾ ਸਮਾਂ ਕੱਢ ਕੇ ਉੱਥੇ ਸਰਵਣ ਕਰ ਰਹੇ। ਜਿਹੜੀਆਂ ਸੰਗਤਾਂ ਇੱਥੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਾਂ ਕਿ ਆਪ ਜੀ ਵੀ ਸਮਾਂ ਕੱਢਣ ਦਾ ਯਤਨ ਕਰੋ ਤੇ ਆਣ ਕੇ ਬੈਠ ਕੇ ਉਹਨਾਂ ਦੇ ਸੋਹਿਲੇ ਗਾਵੀਏ, ਉਹਨਾਂ ਦੇ ਗੁਰ ਇਤਿਹਾਸ ਦੇ ਨਾਲ ਜੁੜਨ ਦਾ ਯਤਨ ਕਰੀਏ ਜਿਨ੍ਹਾਂ ਨੇ ਸਾਡੇ ਬਦਲੇ ਆਪਣਾ ਸਾਰਾ ਸਰਬੰਸੀ ਵਾਰ ਦਿੱਤਾ ਹੈ। ਸਰਬੰਸ ਸਦਾਨੀ ਦਾ ਮਤਲਬ ਕਿ ਸਾਰਾ ਪਰਿਵਾਰ ਵਾਰਨ ਵਾਲਾ। ਤੇ ਸਿੱਖੀਜ਼ਮ ਦੇ ਪੰਨਿਆਂ ਦੇ ਅੰਦਰ ਵਰਲਡ ਦੀ ਹਿਸਟਰੀ ਨੂੰ ਫੋਲ ਕੇ ਵੇਖ ਲਓ, ਕਿਧਰੇ ਐਸਾ ਨਹੀਂ ਹੋਇਆ ਕਿਸੇ ਵੀ ਮਜ਼ਹਬ ਦਾ ਆਗੂ, ਕਿਸੇ ਵੀ ਧਰਮ ਦਾ ਆਗੂ ਜਿਸ ਆਗੂ ਦੇ ਨਾਮ ਦੇ ਨਾਲ ਜਮਾਂਦਰੂ ਮਰਦ ਲੱਗਾ ਹੋਵੇ, ਜੇ ਲੱਗਾ ਤੇ ਉਹ ਕਲਗੀ ਵਾਲੇ ਸੱਚੇ ਪਾਤਸ਼ਾਹ ਮਹਾਰਾਜ ਦੇ ਨਾਲ। ਕਿਉਂਕਿ ਜੇ ਕਿਸੇ ਲਖਾਰੀ ਦੀ ਗੱਲ ਹੋਵੇ, ਕਿਸੇ ਵਿਦਵਾਨ ਦੀ ਗੱਲ ਹੋਵੇ ਤੇ ਉਹ ਕੱਟ ਕੀਤੀ ਜਾ ਸਕਦੀ ਹੈ, ਪਰ ਇਸ ਦਾ ਵਿਖਿਆਨ ਕਲਗੀ ਵਾਲੇ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਨੂੰ ਸਮਝਾਉਂਦਿਆਂ ਹੋਇਆਂ ਕੀਤਾ ਹੈ। ਆਪ ਜੀ ਨੇ ਸਰਵਣ ਕੀਤਾ, ਵਾ ਪ੍ਰਗਟਿਓ ਮਰਦ ਅਗੰਮੜਾ ਬਰਿਆਮ ਅਕੇਲਾ ਇੱਕੋ। ਜਿਸ ਮਰਦ ਦੇ ਨਾਮ ਦੇ ਨਾਲ ਜਮਾਂਦਰੂ ਮਰਦ ਲੱਗਾ ਹੈ, ਉਸ ਮਰਦ ਦੀ ਦਾਸਤਾਨ ਦਾ ਪੰਨਾ ਆਪ ਜੀਆਂ ਦੀ ਖਿਦਮਤ ਦੇ ਅੰਦਰ ਰੱਖਣ ਦਾ ਯਤਨ ਕਰਾਂਗਾ। ਉਹ ਮਰਦ ਜਿਸ ਮਰਦ ਨੇ ਉਸ ਪਾਤਸ਼ਾਹ ਦਾ ਜੇਠਾ ਪੁੱਤ ਬਣ ਕੇ ਉਤੋਂ ਹੁਕਮ ਪਾ ਕੇ ਇਸ ਮਾਤ ਲੋਕ ਦੀ ਧਰਤ ਤੇ ਮਾਤਾ ਗੁਜਰੀ ਦੀ ਕੁੱਖ ਨੂੰ ਪਾਕ ਲਾ ਕੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਦੇ ਘਰ ਪਟਨਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਨੂੰ ਪਵਿੱਤਰ ਕਰਨਾ ਕੀਤਾ ਹੈ। ਤੇ ਅੱਜ ਸਾਡੇ ਸਿਰਾਂ ਤੇ ਦਸਤਾਰਾਂ ਨੇ, ਭੈਣਾਂ ਦੇ ਸਿਰਾਂ ਤੇ ਚੁੰਨੀਆਂ ਨੇ, ਕੇਵਲ ਤੇ ਕੇਵਲ ਕਲਗੀ ਵਾਲੇ ਸੱਚੇ ਪਾਤਸ਼ਾਹ ਮਹਾਰਾਜ ਦੀ ਬਦੌਲਤ। ਕਿਸੇ ਮਜ਼ਹਬ ਦੇ ਬੰਦੇ ਨੂੰ ਮਰਜ਼ੀ ਪੁੱਛ ਲਿਆ ਜਾਏ, ਸ਼ਾਇਰ ਨੂੰ ਪੁੱਛ ਲਿਆ ਜਾਏ, ਲਖਾਰੀ ਨੂੰ ਪੁੱਛ ਲਿਆ ਜਾਏ, ਚਾਹੇ ਉਹ ਹਿੰਦੀ ਦਾ, ਫਾਰਸੀ ਦਾ, ਚਾਹੇ ਉਰਦੂ ਦਾ, ਉਹ ਇੱਕ ਹੀ ਗੱਲ ਕਹੇਗਾ ਕਿ ਕਲਗੀ ਵਾਲੇ ਸੱਚੇ ਪਾਤਸ਼ਾਹ ਮਹਾਰਾਜ ਦੇ ਤੁਲ ਇਸ ਵਰਲਡ ਦੀ ਹਿਸਟਰੀ ਦੇ ਅੰਦਰ ਕੋਈ ਦੁਨੀਆ ਦਾ ਰਹਿਬਰ ਨਾ ਹੋਇਆ ਤੇ ਨਾ ਹੋ ਸਕੇ। ਉਰਦੂ ਦਾ ਸ਼ਾਇਰ ਉਹਨੂੰ ਪੁੱਛ ਲਿਓ, ਕਹਿੰਦਾ ਨਾ ਕਹੂੰ ਅਬ ਕੀ, ਇੱਕੋ ਗੱਲ ਕਹਿੰਦਾ ਜਾਣਦਾ ਹਾਂ, ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ तो सुन्नत होती सबकी। सारिਆਂ ने मुसलमान होना सी। आओ कलगी वाले सच्चे पातशाह महाराज के हुक्मां नूं सिर मत्थे ते मन्नो। साहिब दा हुक्म है सब सिखण को हुक्म है, गुरु मानियो
ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਪਾਓ ਗਲ ਵਿੱਚ ਪੱਲਾ ਲਓ ਤਰਲਾ ਝੁਕਾਓ ਸੀਸ। ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੂੰ ਬਣੋ ਅਨੰਦਪੁਰ ਦੇ ਵਾਸੀ ਮਾਤਾ ਸਾਹਿਬ ਕੌਰ ਦੇ ਦੁਲਾਰੇ, ਬਣਾਓ ਨਾਤਾ ਕੁਝ ਕਹਿਣ ਦੀ ਆਗਿਆ ਮੰਗੋ ਇੱਕੇ ਵਾਰ ਕਹਿਣ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੱਲ ਇੱਥੋਂ ਤੱਕ ਪੁੱਜੀ ਸੀ 1761 6 ਪੋਹ ਦੀ ਦਰਮਿਆਨੀ ਰਾਤ ਨੂੰ ਨੰਦਾਂ ਦੀ ਪੁਰੀ ਨੂੰ ਫਤਿਹ ਬੁਲਾਈ। ਇਸ ਫਤਿਹ ਬੁਲਾਉਣ ਤੋਂ ਪਹਿਲਾਂ ਹਾਜੂਰੇ ਅਨਵਰ ਨੇ ਆਪਣੇ ਪਰਿਵਾਰ ਨੂੰ, ਆਪਣੇ ਵਹੀਰ ਨੂੰ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੋਂ ਸਤਿਕਾਰਯੋਗ ਮਾਤਾਵਾਂ ਨੂੰ ਜਦੋਂ ਉੱਥੋਂ ਤੋਰਿਆ ਤੇ ਇਤਿਹਾਸ ਇਸ ਗੱਲ ਦੀ ਹਾਮੀ ਭਰਦੇ, ਉਹਦੀ ਡਿਊਟੀ ਲੱਗੀ ਸੀ ਭਾਈ ਮਨੀ ਸਿੰਘ ਦੇ ਜਥੇ ਦੀ, ਨਾਲ ਸੀ ਭਾਈ ਜਵਾਰ ਸਿੰਘ, ਭਾਈ ਧੰਨਾ ਸਿੰਘ, ਤੇ ਨਾਲ ਸੀ ਮਾਝੇ ਦਾ ਉਹ ਮਹਾਨ ਜਰਨੈਲ ਮਰਦ ਜਥੇਦਾਰ ਬਾਬਾ ਦੀਪ ਸਿੰਘ ਸਾਹਿਬ। ਬਾਬਾ ਦੀਪ ਸਿੰਘ ਸਾਹਿਬ ਦੀ ਡਿਊਟੀ ਲਾ ਕੇ ਮਾਤਾਵਾਂ ਨੂੰ ਤੋਰ ਦਿੱਤਾ ਗਿਆ ਔਰ ਇਹ ਕੁਝ ਸਮਾਂ ਜਵਾਰ ਸਿੰਘ ਦੇ ਘਰ ਠਹਿਰੇ ਨੇ ਤੇ ਉੱਥੇ ਕੁਝ ਸਮਾਂ ਜਵਾਰ ਸਿੰਘ ਦੇ ਘਰ ਠਹਿਰਨ ਤੋਂ ਬਾਅਦ ਮਾਤਾਵਾਂ ਤੋਂ ਆਗਿਆ ਲੈ ਕੇ ਮਾਝੇ ਦਾ ਇਹ ਮਹਾਨ ਜਰਨੈਲ ਜਥੇਦਾਰ ਬਾਬਾ ਦੀਪ ਸਿੰਘ ਸਾਹਿਬ ਜੀ ਫਿਰ ਆਪਣੇ ਜੱਦੀ ਨਗਰ ਪਉਵਿੰਡ ਵਿਖੇ ਆ ਗਿਆ ਤੇ ਇੱਥੇ ਆ ਕੇ ਸਿੱਖੀ ਦਾ ਪ੍ਰਚਾਰ, ਉਹਦਾ ਦੌਰ ਜਿਹੜਾ ਉਹਨੂੰ ਫਿਰ ਆਰੰਭ ਕਰ ਦਿੱਤਾ ਹੈ। ਇੱਧਰ ਕਲਗੀ ਵਾਲੇ ਸੱਚੇ ਪਾਤਸ਼ਾਹ ਮਹਾਰਾਜ ਨੇ 6 ਪੋਹ ਦੀ ਦਰਮਿਆਨੀ ਰਾਤ ਨੂੰ ਨੰਦਾਂ ਦੀ ਪੁਰੀ ਨੂੰ ਫਤਿਹ ਬੁਲਾਈ। 7 ਪੋਹ ਨੂੰ ਪਰਿਵਾਰ ਦਾ ਵਿਛੋੜਾ ਉਹ ਸਰਸਾ ਦੇ ਕਿਨਾਰੇ ਤੇ ਪੈਂਦਾ ਹੈ ਔਰ ਹਜੂਰੇ ਅਨਵਰ ਬਾਬਾ ਬਜਿੱਤਰ ਸਿੰਘ ਸਾਹਿਬ ਨੂੰ ਇਲਾਜ ਦੇ ਦੌਰਾਨ ਛੱਡ ਕੇ ਚਮਕੌਰ ਦੇ ਬਾਗ ਅੰਦਰ ਉਤਾਰਾ ਕਰਦੇ ਤੇ ਚਮਕੌਰ ਦਾ ਜੰਗ ਲੜਦੇ। ਚਮਕੌਰ ਦੇ ਜੰਗ ਦੇ ਅੰਦਰ ਕਲਗੀ ਵਾਲੇ ਸੱਚੇ ਪਾਤਸ਼ਾਹ ਮਹਾਰਾਜ ਦੇ ਵੱਡੇ ਫਰਜ਼ਾਨ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਸ਼ਹਾਦਤ ਦਾ ਜਾਮ ਪੀਂਦੇ ਨੇ। ਦਤਾਰ ਪਾਤਸ਼ਾਹ ਗੁਰੂ ਖਾਲਸੇ ਪੰਥ ਦਾ ਹੁਕਮ ਮੰਨ ਕੇ ਬਾਬਾ ਸੰਗਤ ਸਿੰਘ ਸਾਹਿਬ ਨੂੰ ਕਲਗੀ ਤੋੜਾ ਦੇ ਕੇ ਆਪ ਮੇਰੇ ਦਤਾਰ ਪਾਤਸ਼ਾਹ ਮਹਾਰਾਜ ਮਾਛੀਵਾੜੇ ਦੇ ਜੰਗਲਾਂ ਵੱਲ ਨੂੰ ਤੁਰ ਪੈਂਦੇ। ਵਿਖੜਾ ਪੈਂਡਾ ਤੈਅ ਕਰਦੇ ਨੇ। ਮਾਛੀਵਾੜੇ ਦੇ ਜੰਗਲਾਂ ਵਿੱਚ ਦੀ ਹੁੰਦਿਆਂ ਹੋਇਆਂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਦੀਨੇ ਕਾਂਗੜ ਦੀ ਪਾਵਨ ਪਵਿੱਤਰ ਧਰਤੀ ਔਰ ਦੀਨੇ ਕਾਂਗੜ ਤੋਂ ਰਾਏ ਕੱਲਾ ਮੁੱਕ ਦੀ ਗੱਲ ਆਪਣਾ ਵਿਖੜਾ ਪੈਂਡਾ ਤੈਅ ਕਰਕੇ ਤੇ ਉਹ ਖਦਰਾਣੇ ਦੀ ਢਾਬ ਤੱਕ ਪੁੱਜਦਾ ਹੁੰਦੇ ਨੇ। ਖਦਰਾਣੇ ਦੀ ਢਾਬ ਦੇ ਉੱਪਰ ਮੁਕਤਾ ਪਦ ਵਰਤਦੇ ਨੇ, ਉੱਥੇ ਮੁਕਤਿਆਂ ਦਾ ਵਾਰ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਨੇ ਉਤਾਰਨ ਕੀਤਾ। ਉਹ ਖਦਰਾਣੇ ਦੀ ਢਾਬ, ਉਸ ਖਦਰਾਣੇ ਦੀ ਢਾਬ ਦੇ ਉੱਪਰ ਜਾ ਕੇ ਜੰਗ ਲੜੀ ਗਈ ਤੇ ਜੰਗ ਤੋਂ ਬਾਅਦ ਕਲਗੀ ਵਾਲੇ ਸੱਚੇ ਪਾਤਸ਼ਾਹ ਮਹਾਰਾਜ ਜਾ ਪਹੁੰਚਦੇ ਨੇ ਸਿੱਖਾਂ ਦੇ 5ਵੇਂ ਤਖਤ ਸਾਬੋ ਕੀ ਤਲਵੰਡੀ ਤਖਤ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਥੇ ਪਹੁੰਚੇ ਨੇ। ਕਹਿੰਦੇ ਪਹੁੰਚਦਿਆਂ ਸਾਰ ਮਾਤਾਵਾਂ ਨੂੰ ਪਤਾ ਲੱਗਾ ਹੈ, ਸੰਗਤਾਂ ਨੂੰ ਪਤਾ ਲੱਗਾ ਹੈ। ਮਾਤਾਵਾਂ ਨੇ ਇਕੱਤਰਤਾਈ ਕੀਤੀ ਤੇ ਇਕੱਤਰਤਾਈ ਕਰਕੇ ਆਖਿਆ ਸਾਡੇ ਜਾਨ ਤੋਂ ਪਿਆਰੇ ਸਿੰਘ ਨਜ਼ਰ ਨਹੀਂ ਆ ਰਹੇ ਤੇ ਦਤਾਰ ਪਾਤਸ਼ਾਹ ਨਾ ਸਾਡੇ ਪੁੱਤਰ ਨਜ਼ਰ ਆ ਰਹੇ। ਉਹ ਪੁੱਤਰ ਕਿੱਥੇ ਨੇ? ਜਦੋਂ ਇਹ ਸਵਾਲ ਮਾਤਾਵਾਂ ਨੇ ਕਲਗੀ ਵਾਲੇ ਸੱਚੇ ਪਾਤਸ਼ਾਹ ਮਹਾਰਾਜ ਨੂੰ ਕੀਤਾ ਹੈ ਤੇ ਇਤਿਹਾਸ ਇਸ ਗੱਲ ਦੀ ਹਾਮੀ ਭਰਦਾ ਹੈ ਕਿ ਕਲਗੀ ਵਾਲੇ ਸੱਚੇ ਪਾਤਸ਼ਾਹ ਮਹਾਰਾਜ ਨੇ ਉੱਥੇ ਜਿਹੜੀ ਸੰਗਤ ਸੱਜੀ ਸੀ, ਇਸੇ ਤਰ੍ਹਾਂ ਸੰਗਤ ਦਾ ਇਕੱਠ ਹੈ, ਸੰਗਤ ਸੱਜੀ ਹੋਈ ਹੈ ਤੇ ਸੱਜੀ ਹੋਈ ਸੰਗਤ ਵੱਲ ਇਸ਼ਾਰਾ ਕੀਤਾ ਤੇ ਇਸ਼ਾਰਾ ਕਰਕੇ ਗੱਲ ਆਖੀ ਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਮੂਏ ਤੋਂ ਕਿਆ ਪਾਇਆ ਇਹ ਜੀਵਤ ਕਈ ਹਜ਼ਾਰ। ਉਹ ਹਜ਼ਾਰਾਂ ਦੀ ਗਿਣਤੀ ਵਿੱਚੋਂ ਅੱਜ ਅਸੀਂ ਆਪਾਂ ਹਾਂ ਔਰ ਉਹਨਾਂ ਦੀ ਦਾਸਤਾਨ ਨੂੰ ਪੰਨਾ ਧਿਆਨ ਦੇ ਨਾਲ ਸੁਣਨ ਦਾ ਯਤਨ ਕਰਨ। ਕਲਗੀ ਵਾਲੇ ਸੱਚੇ ਪਾਤਸ਼ਾਹ ਮਹਾਰਾਜ ਸਿੱਖਾਂ ਦੇ 5ਵੇਂ ਤਖਤ ਸਾਬੋ ਕੀ ਤਲਵੰਡੀ ਤਖਤ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਸਿੱਖੀ ਦਾ ਪ੍ਰਚਾਰ ਕਰਨ ਲੱਗੇ। ਇੱਥੇ ਹੀ ਦਤਾਰ ਪਾਤਸ਼ਾਹ ਮਹਾਰਾਜ ਭਾਈ ਮਨੀ ਸਿੰਘਾਂ ਤੋਂ ਗੁਰਬਾਣੀ ਦੇ ਲੱਥੇ ਕਰਵਾਏ। ਕਹਿੰਦੇ ਭਾਈ ਮਨੀ ਸਿੰਘਾਂ ਨੂੰ ਕੋਲ ਬੁਲਾਇਆ, ਜਦੋਂ ਨਿਕਟ ਬੁਲਾਇਆ ਤੇ ਭਾਈ ਮਨੀ ਸਿੰਘਾਂ ਨੂੰ ਇਹ ਗੱਲ ਆਖੀ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਕਿੱਥੇ ਨੇ। ਇਹਦਾ ਮਤਲਬ ਕਿ ਕਲਗੀ ਵਾਲੇ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਸਿੱਖਾਂ ਦੀ ਔਰ ਉਹਨਾਂ ਦੀ ਸਿੰਘਾਂ ਦੀ ਜਿਹੜੀ ਪਹਿਚਾਣ ਹੈ ਉਹਨਾਂ ਤੋਂ ਚੰਗੀ ਤਰ੍ਹਾਂ ਜਾਣੂ ਨੇ, ਚੰਗੀ ਤਰ੍ਹਾਂ ਵਾਕਿਫ। ਦਤਾਰ ਪਾਤਸ਼ਾਹ ਮਹਾਰਾਜ ਨੇ ਆਖਿਆ ਕਿ ਉਹਨਾਂ ਨੂੰ ਬੁਲਾਇਆ ਜਾਵੇ। ਇਸ ਦਮਦਮਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਸਿੱਖਾਂ ਦਾ ਤਖਤ ਹੈ, ਇਸ ਤਖਤ ਦੇ ਉੱਪਰ ਬੁਲਾਇਆ ਜਾਵੇ ਤੇ ਉਹਨਾਂ ਨੂੰ ਜਦੋਂ ਬੁਲਾ ਕੇ ਲਿਆਂਦਾ ਜਾਵੇ ਤੇ ਸਾਡਾ ਸੁਨੇਹਾ ਦੇਣਾ ਕਿ ਦਤਾਰ ਪਾਤਸ਼ਾਹ ਮਹਾਰਾਜ ਨੇ ਤੁਹਾਡੀ ਸੇਵਾ ਲਾਉਣੀ ਹੈ, ਗੁਰਬਾਣੀ ਦਾ ਉਲੱਥਾ ਕਰਨਾ ਹੈ। ਉਹ ਗੁਰਬਾਣੀ ਦਾ ਉਲੱਥਾ ਕਰਨ ਦੇ ਵਿੱਚ ਤੁਹਾਨੂੰ ਡਿਊਟੀ ਦੇਣੀ ਹੈ, ਤੁਹਾਨੂੰ ਸੇਵਾ ਦੇਣੀ ਹੈ। ਇਸ ਕਰਕੇ ਦਤਾਰ ਪਾਤਸ਼ਾਹ ਮਹਾਰਾਜ ਨੇ ਯਾਦ ਕੀਤਾ ਹੈ। ਇਤਿਹਾਸ ਇਸ ਗੱਲ ਦੀ ਹਾਮੀ ਭਰਦਾ ਹੈ।
ਕਿ ਜਥੇਦਾਰ ਭਾਈ ਮਨੀ ਸਿੰਘ ਨੇ ਸ਼ੇਰ ਸਿੰਘ ਨੂੰ ਕੋਲ ਬੁਲਾਇਆ ਤੇ ਜਥੇਦਾਰ ਸ਼ੇਰ ਸਿੰਘ ਨੂੰ ਕੋਲ ਬੁਲਾ ਕੇ ਕਹਿਣ ਲੱਗੇ, ਸ਼ੇਰ ਸਿੰਘ ਜੀ, ਕਲਗੀ ਵਾਲੇ ਸੱਚੇ ਪਾਤਸ਼ਾਹ ਮਹਾਰਾਜ ਦਾ ਸੁਨੇਹਾ ਹੈ, ਇਹ ਸੁਨੇਹਾ ਤੁਸੀਂ ਜਾ ਕੇ ਜਥੇਦਾਰ ਬਾਬਾ ਦੀਪ ਸਿੰਘ ਸਾਹਿਬ ਨੂੰ ਦੇਣਾ ਹੈ। ਆਓ ਪਿਆਰ ਦੇ ਨਾਲ ਤੱਕੀਏ। ਜਥੇਦਾਰ ਸ਼ੇਰ ਸਿੰਘ ਨੇ ਭਾਈ ਮਨੀ ਸਿੰਘਾਂ ਦੇ ਕੋਲੋਂ ਕਲਗੀ ਵਾਲੇ ਸੱਚੇ ਪਾਤਸ਼ਾਹ ਮਹਾਰਾਜ ਦਾ ਸੁਨੇਹਾ ਲਿਆ ਤੇ ਲੈ ਕੇ ਸੁਨੇਹਾ ਜਥੇਦਾਰ ਸ਼ੇਰ ਸਿੰਘ ਉਹ ਸਾਬੋ ਕੀ ਤਲਵੰਡੀ ਤਖਤ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੋਂ ਤੁਰਦਾ ਹੈ। ਮੰਜ਼ਲਾਂ ਨੂੰ ਮਾਰਦਾ ਹੋਇਆ ਆਨ ਪਹੁੰਚਾਏ ਮਾਝੇ ਦੇ ਮਹਾਨ ਨਗਰ ਜੱਦੀ ਨਗਰ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਔਰ ਪਉਵਿੰਡ ਵਿਖੇ ਆ ਕੇ ਬਾਬਾ ਦੀਪ ਸਿੰਘ ਸਾਹਿਬ ਜੀ ਬਾਰੇ ਪੁੱਛਿਆ। ਜਦੋਂ ਦੱਸਿਆ ਸਿੰਘਾਂ ਨੇ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਆਪਣੇ ਆਸਣ ਤੇ ਨੇ ਗਏ ਨੇ, ਜਾ ਕੇ ਫਤਿਹ ਬੁਲਾਈ ਤੇ ਫਤਿਹ ਬੁਲਾ ਕੇ ਬਾਬਾ ਦੀਪ ਸਿੰਘ ਸਾਹਿਬ ਨੂੰ ਕਹਿਣ ਲੱਗੇ ਕਿ ਕਲਗੀ ਵਾਲੇ ਸੱਚੇ ਪਾਤਸ਼ਾਹ ਮਹਾਰਾਜ ਨੇ ਤੁਹਾਨੂੰ ਯਾਦ ਕੀਤਾ ਹੈ। ਜਦੋਂ ਆ ਅਲਫਾਜ਼ ਵਰਤੇ ਨੇ ਕਿ ਯਾਦ ਕੀਤਾ ਹੈ, ਕਹਿੰਦੇ ਦਾਤਾਰ ਪਾਤਸ਼ਾਹ ਮਹਾਰਾਜ ਦੇ ਬਾਰੇ ਬਾਬਾ ਦੀਪ ਸਿੰਘ ਸਾਹਿਬ ਨੇ ਪੁੱਛਿਆ ਕਿ ਸ਼ੇਰ ਸਿਆ ਮੈਨੂੰ ਦੱਸ ਕਿ ਕਲਗੀ ਵਾਲੇ ਸੱਚੇ ਪਾਤਸ਼ਾਹ ਮਹਾਰਾਜ ਦੇ ਨਾਲ ਕੀ ਬੀਤੀ ਹੋਵੇਗੀ। ਮੈਨੂੰ ਨਹੀਂ ਪਤਾ, ਸਾਨੂੰ ਪਾਤਸ਼ਾਹ ਨੇ ਪਹਿਲਾਂ ਤੁਰ ਦਿੱਤਾ ਤੇ ਹਜ਼ੂਰੇ ਅਨਵਰ ਆਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਨੂੰ ਛੱਡ ਕੇ ਜਿਹੜਾ ਵਿਖੜਾ ਪੈਂਡਾ ਤੈਅ ਕਰਦੇ ਨੇ ਸਾਬੋ ਕੀ ਤਲਵੰਡੀ ਤਖਤ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੱਕ ਪਹੁੰਚੇ ਨੇ। ਇੱਥੋਂ ਤੱਕ ਆਉਣ ਦਾ ਜਿਹੜਾ ਸਫ਼ਰ ਹੈ ਉਹ ਕਿਵੇਂ ਗੁਜ਼ਰਿਆ, ਜਥੇਦਾਰ ਸ਼ੇਰ ਸਿੰਘ ਨੇ ਅੱਖਾਂ ਦੇ ਵਿੱਚ ਉਹ ਜਲ ਲਿਆਂਦਾ ਹੈ ਔਰ ਜਲ ਲਿਆ ਕੇ ਕਲਗੀ ਵਾਲੇ ਸੱਚੇ ਪਾਤਸ਼ਾਹ ਮਹਾਰਾਜ ਦੀ ਉਹ ਦਰਦ ਭਰੀ ਦਾਸਤਾਨ ਦਾ ਪੰਨਾ ਪਾਤਸ਼ਾਹ ਦਾ ਸੁਨੇਹਾ ਦੇ ਕੇ ਬਾਬਾ ਦੀਪ ਸਿੰਘ ਸਾਹਿਬ ਨੂੰ ਜਿਉਂ ਦਿੱਤਾ। ਉਸ ਵੇਲੇ ਦਾ ਸੀਨ, ਉਸ ਵੇਲੇ ਦਾ ਨਕਸ਼ਾ ਐਉਂ ਪੇਸ਼ ਹੈ, ਪਿਆਰ ਨਾਲ ਸੁਣੋ। ਸ਼ੇਰ ਸਿੰਘ ਨੇ ਆ ਕੇ ਉੱਚੀ ਫਤਿਹ ਬੁਲਾਈ ਐ, ਦੀਪ ਸਿੰਘ ਨੂੰ ਸੁਣ ਕੇ ਚੜ ਗਈ ਖੁਸ਼ੀ ਸਵਾਈ ਐ, ਦੀਪ ਸਿੰਘ ਨੂੰ ਸੁਣ ਕੇ ਚੜ ਗਈ ਖੁਸ਼ੀ ਸਵਾਈ ਐ। ਸਕੇ ਭਰਾਵਾਂ ਵਾਂਗੂ ਝਟਕਲ ਵਕੜੀ ਪਾਉਂਦੇ ਨੇ, ਦੀਪ ਸਿੰਘ ਜੀ ਤੈਨੂੰ ਦਸਵੇਂ ਗੁਰੂ ਬੁਲਾਉਂਦੇ ਨੇ, ਦੀਪ ਸਿੰਘ ਜੀ ਤੈਨੂੰ ਦਸਵੇਂ ਗੁਰੂ ਬੁਲਾਉਂਦੇ ਨੇ। ਸਰਸਾ ਨਦੀਓਂ ਆ ਕੇ ਪਏ ਪਰਿਵਾਰ ਵਿਛੋੜੇ ਸੀ, ਪਾ ਗਏ ਸਿੰਘ ਸ਼ਹੀਦੀ ਬਿਲਕੁਲ ਰਹਿ ਗਏ ਥੋੜੇ ਸੀ, ਪਾ ਗਏ ਸਿੰਘ ਸ਼ਹੀਦੀ ਬਿਲਕੁਲ ਰਹਿ ਗਏ ਥੋੜੇ ਸੀ। ਉਹ 10-10 ਲੱਖ ਦੇ ਨਾਲ ਗੁਰੂ ਜੀ ਮੱਥਾ ਲਾਉਂਦੇ ਨੇ, 10-10 ਲੱਖ ਦੇ ਨਾਲ ਗੁਰੂ ਜੀ ਮੱਥਾ ਲਾਉਂਦੇ ਨੇ, ਦੀਪ ਸਿੰਘ ਜੀ ਤੈਨੂੰ ਦਸਵੇਂ ਗੁਰੂ ਬੁਲਾਉਂਦੇ ਨੇ, ਦੀਪ ਸਿੰਘ ਜੀ ਤੈਨੂੰ ਦਸਵੇਂ ਗੁਰੂ ਬੁਲਾਉਂਦੇ ਨੇ। ਵੱਡੇ ਲਾਲ ਗੁਰਾਂ ਦੇ ਰਣ ਵਿੱਚ ਸ਼ਹੀਦੀ ਪਾ ਗਏ ਸੀ, ਛੋਟੇ ਲਾਲ ਜਿਉਂਦੇ ਹੱਥ ਸੂਬੇ ਦੇ ਆ ਗਏ ਸੀ, ਛੋਟੇ ਲਾਲ ਜਿਉਂਦੇ ਹੱਥ ਸੂਬੇ ਦੇ ਆ ਗਏ ਸੀ। ਮੰਨੇ ਨਾ ਹੋਈ ਨਨੀਆਂ ਵਿੱਚ ਰਹਿ ਚਣਵਾਉਂਦੇ ਨੇ, ਦੀਪ ਸਿੰਘ ਜੀ ਤੈਨੂੰ ਦਸਵੇਂ ਗੁਰੂ ਬੁਲਾਉਂਦੇ ਨੇ, ਦੀਪ ਸਿੰਘ ਜੀ ਤੈਨੂੰ ਦਸਵੇਂ ਗੁਰੂ ਬੁਲਾਉਂਦੇ ਨੇ। ਛੱਡ ਗੁਰੂ ਚਮਕੌਰ ਪਹੁੰਚ ਗਏ ਦੀਨੇ ਕਾਂਗੜ ਸੀਓ, ਛੱਡ ਗੁਰੂ ਚਮਕੌਰ ਪਹੁੰਚ ਗਏ ਦੀਨੇ ਕਾਂਗੜ ਸੀ, ਫੇਰ ਵਜੀਦੇ ਖਾਨ ਮਚਾਤੇ ਜ਼ੁਲਮੀ ਪਾਂਬੜ ਸੀ, ਫੇਰ ਵਜੀਦੇ ਖਾਨ ਮਚਾਤੇ ਜ਼ੁਲਮੀ ਪਾਂਬੜ ਸੀ। ਪਹੁੰਚ ਮੁਕਤਸਰ ਫੇਰ ਗੁਰੂ ਜੀ ਜੰਗ ਮਚਾਉਂਦੇ ਨੇ, ਦੀਪ ਸਿੰਘ ਜੀ ਤੈਨੂੰ ਦਸਵੇਂ ਗੁਰੂ ਬੁਲਾਉਂਦੇ ਨੇ, ਦੀਪ ਸਿੰਘ ਜੀ ਤੈਨੂੰ ਦਸਵੇਂ ਗੁਰੂ ਬੁਲਾਉਂਦੇ ਨੇ। ਲੰਗ ਬਠਿੰਡਾ ਆਖਰ ਪਹੁੰਚੇ ਜਾ ਤਲਵੰਡੀ ਸੀ, ਕਮਰ ਜੰਗ ਦੀ ਖੋਲ ਮੀਆਂ ਨੇ ਪਾ ਲਈ ਚੰਡੀ ਸੀ, ਕਮਰ ਜੰਗ ਦੀ ਖੋਲ ਮੀਆਂ ਨੇ ਪਾ ਲਈ ਚੰਡੀ ਸੀ। ਉਹ ਟੱਲੇ ਵਰਗੇ ਸੇਵਕ ਸੇਵਾ ਫੇਰ ਕਮਾਉਂਦੇ ਨੇ, ਓ
ਡੱਲੇ ਵਰਗੇ ਸੇਵਕ ਸੇਵਾ ਫੇਰ ਕਮਾਉਂਦੇ ਨੇ। ਦੀਪ ਸਿੰਘ ਜੀ ਤੈਨੂੰ ਦਸਵੇਂ ਗੁਰੂ ਬੁਲਾਉਂਦੇ ਨੇ। ਦੀਪ ਸਿੰਘ ਜੀ ਤੈਨੂੰ ਦਸਵੇਂ ਗੁਰੂ ਬੁਲਾਉਂਦੇ ਨੇ। ਆਉਣ ਹਜ਼ਾਰਾਂ ਸੰਗਤਾਂ ਰੌਣਕ ਫੇਰ ਦੁਬਾਰਾ ਹੈ। ਆਉਣ ਹਜ਼ਾਰਾਂ ਸੰਗਤਾਂ ਰੌਣਕ ਫੇਰ ਦੁਬਾਰਾ ਹੈ। ਆਨੰਦਪੁਰ ਵਾਲਾ ਮੁੜ ਕੇ ਬਣਿਆ ਨਹੀਂ ਨਜ਼ਾਰਾ ਹੈ। ਆਨੰਦਪੁਰ ਵਾਲਾ ਮੁੜ ਕੇ ਬਣਿਆ ਨਹੀਂ ਨਜ਼ਾਰਾ ਹੈ। ਫਿਰ ਸੁਣ ਲਾਲਾਂ ਦੀ ਸ਼ਹੀਦੀ ਹੈ। ਲੋਕੀ ਨੀਰ ਵਹਾਉਂਦੇ ਨੇ। ਸੁਣ ਲਾਲਾਂ ਦੀ ਸ਼ਹੀਦੀ ਲੋਕੀ ਨੀਰ ਵਹਾਉਂਦੇ ਨੇ। ਦੀਪ ਸਿੰਘ ਜੀ ਤੈਨੂੰ ਦਸਵੇਂ ਗੁਰੂ ਬੁਲਾਉਂਦੇ ਨੇ। ਦੀਪ ਸਿੰਘ ਜੀ ਤੈਨੂੰ ਦਸਵੇਂ ਗੁਰੂ ਬੁਲਾਉਂਦੇ ਨੇ। ਧੁਰ ਕੀ ਬਾਣੀ ਚਾਹੁੰਦੇ ਦਸਵੇਂ ਗੁਰੂ ਲਖਾਉਣੀ ਐ। ਮਨੀ ਸਿੰਘ ਦੇ ਨਾਲ ਤੁਸਾਂ ਦੀ ਡਿਊਟੀ ਲਾਉਣੀ ਐ। ਮਨੀ ਸਿੰਘ ਦੇ ਨਾਲ ਤੁਸਾਂ ਦੀ ਡਿਊਟੀ ਲਾਉਣੀ ਐ। ਚੁਣਨੇ ਉਹ ਵਿਦਵਾਨ ਜੋ ਦਸਵੇਂ ਗੁਰੂ ਨੂੰ ਪਾਉਂਦੇ ਨੇ। ਦੀਪ ਸਿੰਘ ਜੀ ਤੈਨੂੰ ਦਸਵੇਂ ਗੁਰੂ ਬੁਲਾਉਂਦੇ ਨੇ। ਦੀਪ ਸਿੰਘ ਜੀ ਤੈਨੂੰ ਦਸਵੇਂ ਗੁਰੂ ਬੁਲਾਉਂਦੇ ਨੇ। ਹੁਕਮ ਗੁਰਾਂ ਦਾ ਸੁਣ ਕੇ ਉਹਦਾ ਹੋ ਤਿਆਰ ਪਿਆ। ਸਿੱਖੀ ਗੈਰਤ ਵਾਲਾ ਦਿਲ ਵਿੱਚ ਜਾਗ ਪਿਆਰ ਪਿਆ। ਸਿੱਖੀ ਗੈਰਤ ਵਾਲਾ ਦਿਲ ਵਿੱਚ ਜਾਗ ਪਿਆਰ ਪਿਆ। ਜਰਨੈਲ ਸਿਆਂ ਫਿਰ ਵੱਲ ਮਾਲਵੇ ਕਦਮ ਉਠਾਉਂਦੇ ਨੇ। ਦੀਪ ਸਿੰਘ ਜੀ ਤੈਨੂੰ ਦਸਵੇਂ ਗੁਰੂ ਬੁਲਾਉਂਦੇ ਨੇ। ਦੀਪ ਸਿੰਘ ਜੀ ਤੈਨੂੰ ਦਸਵੇਂ ਗੁਰੂ ਬੁਲਾਉਂਦੇ ਨੇ। ਸ਼ੇਰ ਸਿੰਘ ਦੇ ਮੁਖ ਤੋਂ ਇਹ ਬਚਨ ਸੁਣੇ ਆਪ ਮਹਾਰੇ ਡੌਲੇ ਫਰਕਣ ਲੱਗੇ। ਕਲਗੀ ਵਾਲੇ ਸੱਤੇ ਪਾਤਸ਼ਾਹ ਮਹਾਰਾਜ ਦੀ ਉਸ ਦਰਦ ਭਰੀ ਦਾਸਤਾਂ ਦਾ ਪੰਨਾ ਸੁਣ ਕੇ ਨੇਤਰਾਂ ਵਿੱਚ ਖੂਨ ਦੇ ਡੋਰੇ ਉੱਤਰ ਆਏ। ਇਹ ਮਰਦ ਜਲਦੀ ਦੇ ਨਾਲ ਉੱਠਿਆ ਔਰ ਜਥੇਦਾਰ ਸ਼ੇਰ ਸਿੰਘ ਦੇ ਨਾਲ ਤੁਰ ਪਿਆ ਹੈ। ਇਤਿਹਾਸ ਇਸ ਗੱਲ ਦੀ ਹਾਮੀ ਭਰਦਾ ਕਿ ਦੋਵੇਂ ਮਰਦ ਨਗਰ ਪਉ ਪਿੰਡ ਤੋਂ ਮੰਡਲਾਂ ਨੂੰ ਮਾਰਦੇ ਹੋਏ ਜਾ ਪਹੁੰਚੇ ਨੇ ਸਾਬੋ ਕੀ ਤਲਵੰਡੀ ਤਖਤ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ। ਇਸੇ ਤਰ੍ਹਾਂ ਦੀਵਾਨ ਸੱਜਿਆ ਕਲਗੀ ਵਾਲੇ ਸੱਚੇ ਪਾਤਸ਼ਾਹ ਮਹਾਰਾਜ ਸੁਭਾਏਮਾਨ ਨੇ ਔਰ ਚੰਦੋਆ ਤਣਿਆ ਹੋਇਆ ਸੰਗਤਾਂ ਦਰਸ਼ਨ ਦਿਦਾਰੇ ਕਰਦੀਆਂ ਨੇ। ਜਾਂਦਿਆਂ ਸਾਰ ਬਾਬਾ ਦੀਪ ਸਿੰਘ ਸਾਹਿਬ ਨੇ ਤੁਸ਼ ਭੇਟਾ ਰੱਖੀ ਹੈ। ਨਮਸਕਾਰ ਕਰਕੇ ਗਰਦਵੀਂ ਆਵਾਜ਼ ਵਿੱਚ ਫਤਿਹ ਬੁਲਾਈ ਤੇ ਬੁਲਾ ਕੇ ਫਤਿਹ ਆਖਿਆ। ਦਾਤਾਰ ਪਾਤਸ਼ਾਹ ਆਪ ਜੀ ਨੇ ਯਾਦ ਕੀਤਾ ਹੈ। ਦਾਤਾਰ ਨੇ ਅੱਗੋਂ ਮੁਸਕਰਾ ਕੇ ਇਸ ਗੱਲ ਦਾ ਜਵਾਬ ਦਿੱਤਾ। ਕਹਿਣ ਲੱਗੇ ਹਾਂ ਦੀਪ ਸਿਆ ਤੈਨੂੰ ਅਸੀਂ ਯਾਦ ਕੀਤਾ ਹੈ। ਦਾਤਾਰ ਪਾਤਸ਼ਾਹ ਅੰਦਰ ਦੀ ਭਾਵਨਾ ਸਾਰੀ ਸਮਝ ਗਏ ਔਰ ਜਥੇਦਾਰ ਬਾਬਾ ਦੀਪ ਸਿੰਘ ਸਾਹਿਬ ਨੇ ਭਾਈ ਮਨੀ ਸਿੰਘਾਂ ਦੇ ਨਾਲ ਡਿਊਟੀ ਲਾਈ। ਗੁਰਬਾਣੀ ਦਾ ਉਲੱਥਾ ਹੋਇਆ, ਨੇਕਾਂ ਸੇਵਾਵਾਂ ਨਿਭਾਈਆਂ ਨੇ। ਥੋੜਾ ਸਮਾਂ ਬੀਤਿਆ। ਸਮਾਂ ਬੀਤ ਜਾਣ ਤੋਂ ਬਾਅਦ ਕਲਗੀ ਵਾਲੇ ਸੱਚੇ ਪਾਤਸ਼ਾਹ ਮਹਾਰਾਜ ਨੇ ਨਿਰਣਾ ਲਿਆ ਕੁਝ ਸਿੰਘਾਂ ਨੂੰ ਨਾਲ ਲੈ ਕੇ ਦਾਤਾਰ ਪਾਤਸ਼ਾਹ ਮਹਾਰਾਜ ਦਮਦਮਾ ਸਾਹਿਬ ਤੋਂ ਨਾਂਦੇੜ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਨੂੰ ਜਾਣਾ ਚਾਹੁੰਦੇ। ਯਾਦ ਰੱਖੋ ਨਾਂਦੇੜ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਨੂੰ ਤੁਰਨ ਲੱਗੇ ਨੇ ਤੇ ਜਥੇਦਾਰ ਬਾਬਾ ਦੀਪ ਸਿੰਘ ਸਾਹਿਬ ਨੂੰ ਜੋ ਸ਼ੇਰ ਸਿੰਘ ਨੇ ਦੱਸਿਆ ਸੀ ਉਹਦੇ ਮੁਤਾਬਕ ਉਹ ਭਾਂਬੜ ਜਿਹੜੇ ਸਾਨੂੰ ਅੰਦਰ ਮੱਚਦੇ ਸਨ। ਕਹਿੰਦੇ ਦਾਤਾਰ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਆਇਆ ਤੇ ਆਣ ਕੇ ਸਾਹਮਣੇ ਗਲ 'ਚ ਪਾ ਕੇ ਪੱਲਾ ਦੋਵੇਂ ਹੱਥ ਜੋੜ ਕੇ ਕਹਿਣ ਲੱਗਾ ਸਤਿਗੁਰੂ ਆਪ ਦੀ ਕਿਰਪਾ ਕਰੋ, ਮਿਹਰਮਤ ਕਰੋ, ਨਾਂਦੇੜ ਸਾਹਿਬ ਦੀ ਧਰਤੀ ਨੂੰ ਚੱਲੇ ਹੋ। ਦਾਤਾਰ ਪਾਤਸ਼ਾਹ ਮਹਾਰਾਜ ਮੈਂ ਵੀ ਤੁਹਾਡੇ ਨਾਲ ਜਾਵਾਂਗਾ। ਹਾਜ਼ੂਰੇ ਅਨਵਰ ਫਿਰ ਮੁਸਕਰਾਏ ਨੇ ਔਰ ਜਦੋਂ ਮੁਸਕਰਾਏ ਤੇ ਅੱਗੋਂ ਕਹਿੰਦੇ ਜਵਾਬ ਦਿੱਤਾ ਹੈ ਜਥੇਦਾਰ ਬਾਬਾ ਦੀਪ ਸਿੰਘ ਸਾਹਿਬ ਨੇ ਕਹਿੰਦਾ ਦਾਤਾਰ ਪਾਤਸ਼ਾਹ ਨਾ ਮੈਂ ਉਸ ਸਰਸਾ ਦੇ ਕਿਨਾਰੇ ਦੇ ਉੱਪਰ ਉਸ ਜੰਗ ਦੇ ਵਿੱਚ ਆਪ ਜੀਆਂ ਦੇ ਨਾਲ ਹਾਜ਼ਰ ਹੋ ਸਕਿਆ, ਨਾ ਚਮਕੌਰ ਦੇ ਮੈਦਾਨ ਅੰਦਰੋਂ ਮੈਨੂੰ ਸਮਾਂ ਨਸੀਬ ਹੋਇਆ ਤੇ ਸਤਿਗੁਰੂ ਨਾ ਦੀਨੇ ਕਾਂਗੜ ਦੀ ਧਰਤੀ ਨਾ ਖਦਰਾਣੇ ਦੀ ਢਾਬ ਮੇਰੇ ਸਤਿਗੁਰੂ ਆਪ ਜੀਆਂ ਨੇ ਬੁਲਾਇਆ
ਤੇ ਹੁਣ ਮੈਂ ਤੁਹਾਡੇ ਨਾਲ ਨੰਦੇੜ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਨੂੰ ਜ਼ਰੂਰ ਜਾਵਾਂਗਾ। ਦਾਤਾਰ ਪਾਤਸ਼ਾਹ ਮਹਾਰਾਜ ਨੇ ਸੱਜਾ ਹੱਥ ਬਾਬਾ ਦੀਪ ਸਿੰਘ ਸਾਹਿਬ ਦੇ ਮੋਢੇ ਤੇ ਰੱਖਿਆ ਹੈ, ਰੱਖ ਕੇ ਸੱਜਾ ਹੱਥ ਮੋਢੇ ਉੱਪਰ ਕਹਿਣ ਲੱਗੇ, ਦੀਪ ਸਿਆ ਯਾਦ ਰੱਖ, ਅੱਜ ਤੋਂ ਬਾਅਦ ਕੋਈ ਵੀ ਕਾਂਛੀ ਨਹੀਂ ਜਾਵੇਗਾ ਵਿਦਵਾਨ ਬਣਨ ਵਾਸਤੇ, ਇਹੋ ਗੁਰੂ ਕੀ ਕਾਂਛੀ ਵਧਿਆ ਕਰੇਗੀ। ਤੁਸਾਂ ਨੇ ਇੱਥੇ ਰਹਿ ਕੇ ਗੁਰਬਾਣੀ ਦੀ ਸੰਥਾ, ਆਗਾਤ ਬੋਧ ਪਾਠ ਔਰ ਆਗਾਤ ਬੋਧ ਗੁਰਬਾਣੀ ਕਥਾ ਵਖਿਆਨ ਇੱਥੇ ਬਸ ਨਹੀਂ। ਕਹਿਣ ਲੱਗੇ ਬਾਬਾ ਦੀਪ ਸਿੰਘ ਸਾਹਿਬ ਨੂੰ ਵਰ ਦਿੱਤਾ ਹੈ ਕਿ ਤੁਸੀਂ ਇੱਥੇ ਰਹਿ ਕੇ ਘੋੜਸਵਾਰੀ, ਤੀਰਅੰਦਾਜ਼ੀ, ਤਲਵਾਰਬਾਜ਼ੀ, ਭਾਵ ਕਿ ਜੰਗ ਦੇ ਜਿੰਨੇ ਵੀ ਔਜ਼ਾਰ ਨੇ ਉਹਨਾਂ ਤੋਂ ਚੰਗੀ ਤਰ੍ਹਾਂ ਦਾਨੋ ਕਰਵਾਉਣਾ ਹੈ। ਅੱਜ ਤੋਂ ਇਹ ਗੁਰੂ ਕੀ ਕਾਂਛੀ ਹੋਵੇਗੀ। ਇਹ ਵੀ ਬਾਰ ਬਾਬਾ ਦੀਪ ਸਿੰਘ ਸਾਹਿਬ ਨੇ ਕਲਗੀ ਵਾਲੇ ਸੱਚੇ ਪਾਤਸ਼ਾਹ ਮਹਾਰਾਜ ਤੋਂ ਲਿਆ। ਅੱਜ ਵੀ ਜਿਹੜਾ ਭਾਵਨਾ ਦੇ ਨਾਲ ਉਸ ਤਖਤ ਦੇ ਉੱਪਰ ਜਾ ਕੇ 35 ਲਿਖ ਕੇ ਆਉਂਦਾ ਹੈ, ਉਹਨੂੰ ਗੁਰਬਾਣੀ ਦਾ ਗਿਆਨ ਹੁੰਦਾ ਜਿਹੜਾ ਭਾਵਨਾ ਦੇ ਨਾਲ ਉੱਥੇ ਜਾ ਕੇ ਕਰਦਾ ਹੈ। ਇਹ ਵਾਰ ਬਾਬਾ ਦੀਪ ਸਿੰਘ ਸਾਹਿਬ ਨੇ ਕਲਗੀ ਵਾਲੇ ਸੱਚੇ ਪਾਤਸ਼ਾਹ ਮਹਾਰਾਜ ਤੋਂ ਪ੍ਰਾਪਤ ਕੀਤੇ। ਮੁੱਖ ਦੀ ਗੱਲ, ਦਾਤਾਰ ਪਾਤਸ਼ਾਹ ਮਹਾਰਾਜ ਨੇ ਮੋਢੇ ਤੇ ਹੱਥ ਰੱਖਿਆ ਹੈ, ਭਾਈ ਮਨੀ ਸਿੰਘਾਂ ਨੂੰ ਆਵਾਜ਼ ਦਿੱਤੀ ਹੈ, ਦੇ ਕੇ ਆਵਾਜ਼ ਆਖਿਆ ਤੁਸੀਂ ਅੰਮ੍ਰਿਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਜਾ ਕੇ ਸੇਵਾ ਨਿਭਾਓਗੇ। ਔਰ ਬਾਬਾ ਦੀਪ ਸਿੰਘ ਸਾਹਿਬ ਨੂੰ ਆਖਿਆ ਕਿ ਤੁਸੀਂ ਇੱਥੋਂ ਦੀ ਜਥੇਦਾਰੀ ਤੁਹਾਡੇ ਜੁੰਮੇ ਲਾਉਣੇ ਆ। ਵੱਡੀ ਜ਼ਿੰਮੇਵਾਰੀ ਦੇ ਕੇ ਰੱਖ ਕੇ ਮੋਢੇ ਤੇ ਹੱਥ ਬਾਬਾ ਦੀਪ ਸਿੰਘ ਸਾਹਿਬ ਦੇ ਕਲਗੀ ਵਾਲੇ ਸੱਚੇ ਪਾਤਸ਼ਾਹ ਮਹਾਰਾਜ ਦਮਦਮਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੋਂ ਨੰਦੇੜ ਸਾਹਿਬ ਨੂੰ ਰਵਾਨਾ ਐਉਂ ਹੁੰਦੇ। ਦਮ ਦਮੇ ਹੋਏ ਗੁਰੂ ਜੀ ਤਿਆਰ ਜਾ, ਦੱਖਣ ਨੂੰ ਜਾਣਾ ਦੱਸਿਆ ਵਿਚਾਰ ਜਾ, ਦੱਖਣ ਨੂੰ ਜਾਣਾ ਦੱਸਿਆ ਵਿਚਾਰ ਜਾ। ਸੰਗਤਾਂ ਦੇ ਸਣੇ ਕਰ ਲਈ ਤਿਆਰੀ ਐ, ਦੀਪ ਸਿੰਘਾ ਤੇਰੀ ਇੱਥੇ ਜ਼ਿੰਮੇਵਾਰੀ ਐ, ਦੀਪ ਸਿੰਘਾ ਤੇਰੀ ਇੱਥੇ ਜ਼ਿੰਮੇਵਾਰੀ ਐ। ਮਨੀ ਸਿੰਘ ਜਾਵੇਗਾ ਹਰੀ ਕੇ ਮੰਦਰ, ਹਰੀ ਕੇ ਮੰਦਰ, ਹਰੀ ਕੇ ਮੰਦਰ। ਮਨੀ ਸਿੰਘ ਜਾਵੇਗਾ ਹਰੀ ਕੇ ਮੰਦਰ, ਸਿੱਖੀ ਪ੍ਰਚਾਰ ਕਰੂ ਮਾਝੇ ਅੰਦਰ, ਸਿੱਖੀ ਪ੍ਰਚਾਰ ਕਰੂ ਮਾਝੇ ਅੰਦਰ। ਅੰਮ੍ਰਿਤ ਸਾਰੀ ਦੀ ਲੋੜ ਭਾਰੀ ਐ, ਦੀਪ ਸਿੰਘਾ ਤੇਰੀ ਇੱਥੇ ਜ਼ਿੰਮੇਵਾਰੀ ਐ, ਦੀਪ ਸਿੰਘਾ ਤੇਰੀ ਇੱਥੇ ਜ਼ਿੰਮੇਵਾਰੀ ਐ। ਅਸੀਂ ਤੋਰ ਚੱਲੇ ਹਾਂ ਦਖਣ ਦੇਸ਼ ਨੂੰ, ਓ ਅਸੀਂ ਤੋਰ ਚੱਲੇ ਹਾਂ ਦਖਣ ਦੇਸ਼ ਨੂੰ। ਦਿਲ ਚ ਵਿਚਾਰ ਮਿਲਣਾ ਵਰੇਸ਼ ਨੂੰ, ਦਿਲ ਚ ਵਿਚਾਰ ਮਿਲਣਾ ਵਰੇਸ਼ ਨੂੰ। ਫਿਰ ਬਦਲੇ ਦੀ ਦਿਲ ਚ ਦਲੀਲ ਤਾਰੀ ਐ, ਬਦਲੇ ਦੀ ਦਿਲ ਚ ਦਲੀਲ ਤਾਰੀ ਐ। ਦੀਪ ਸਿੰਘਾ ਤੇਰੀ ਇੱਥੇ ਜ਼ਿੰਮੇਵਾਰੀ ਐ, ਦੀਪ ਸਿੰਘਾ ਤੇਰੀ ਇੱਥੇ ਜ਼ਿੰਮੇਵਾਰੀ ਐ। ਦਮ ਦਮਾ ਸਾਹਿਬ ਕਾਸ਼ੀ ਵਿਦਵਾਨਾਂ ਦੀ, ਤਾਈਓ ਇੱਥੇ ਲੋੜ ਬੰਦਿਆਂ ਮਹਾਨਾਂ ਦੀ, ਤਾਈਓ ਇੱਥੇ ਲੋੜ ਬੰਦਿਆਂ ਮਹਾਨਾਂ ਦੀ। ਓ ਤੇਰੇ ਜਿਹਾ ਹੋਰ ਕੋਈ ਨਾ ਲਖਾਰੀ ਐ, ਕੋਈ ਨਾ ਲਖਾਰੀ ਐ, ਤੇਰੇ ਜਿਹਾ ਹੋਰ ਕੋਈ ਨਾ ਲਖਾਰੀ ਐ। ਦੀਪ ਸਿੰਘਾ ਤੇਰੀ ਇੱਥੇ ਜ਼ਿੰਮੇਵਾਰੀ ਐ, ਦੀਪ ਸਿੰਘਾ ਤੇਰੀ ਇੱਥੇ ਜ਼ਿੰਮੇਵਾਰੀ ਐ। ਪਈ ਜਿਹੜਾ ਇੱਥੇ ਆ ਕੇ ਵਿਦਿਆ ਨੂੰ ਪਾਵੇਗਾ, ਜਿਹੜਾ ਇੱਥੇ ਆ ਕੇ ਵਿਦਿਆ ਨੂੰ ਪਾਵੇਗਾ, ਜੱਗ ਚ ਗਿਆਨੀ ਉਹ ਸੱਦ ਲਾਵੇਗਾ, ਜੱਗ ਚ ਗਿਆਨੀ ਉਹ ਸੱਦ ਲਾਵੇਗਾ। ਉਹ ਇਸੇ ਤਰ੍ਹਾਂ ਬਣੂ ਵੱਡਾ ਪ੍ਰਚਾਰੀ ਐ, ਦੀਪ ਸਿੰਘਾ ਤੇਰੀ ਇੱਥੇ ਜ਼ਿੰਮੇਵਾਰੀ ਐ, ਦੀਪ ਸਿੰਘਾ ਤੇਰੀ ਇੱਥੇ ਜ਼ਿੰਮੇਵਾਰੀ ਐ। ਸਿੱਖਾਂ ਤਾਈ ਬਾਣੀ ਸਦਾ ਤੂੰ ਸਿਖਾਉਂਦਾ ਰਹੀਂ, ਲੋੜ ਪੈਣੇ ਉੱਤੇ ਖੰਡਾ ਖੜਕਾਉਂਦਾ ਰਹੀਂ, ਲੋੜ ਪੈਣੇ ਉੱਤੇ ਖੰਡਾ ਖੜਕਾਉਂਦਾ ਰਹੀਂ।
ਓ ਸਿੱਖੀ ਤੈਨੂੰ ਜਿੰਦ ਜਾਨ ਤੋਂ ਪਿਆਰੀ ਐ, ਜਾਨ ਤੋਂ ਪਿਆਰੀ ਐ। ਸਿੱਖੀ ਤੈਨੂੰ ਜਿੰਦ ਜਾਨ ਤੋਂ ਪਿਆਰੀ ਐ। ਦੀਪ ਸਿੰਘਾ ਤੇਰੀ ਇੱਥੇ ਜ਼ਿੰਮੇਵਾਰੀ ਐ, ਦੀਪ ਸਿੰਘਾ ਤੇਰੀ ਇੱਥੇ ਜ਼ਿੰਮੇਵਾਰੀ ਐ। ਭਈ ਸਾਡਾ ਕੋਈ ਬਹਾਦਰ ਪੰਜਾਬ ਆਵੇਗਾ, ਸਾਡਾ ਕੋਈ ਬਹਾਦਰ ਪੰਜਾਬੀ ਆਵੇਗਾ, ਉਹ ਸਾਡਾ ਕੋਈ ਬਹਾਦਰ ਪੰਜਾਬੀ ਆਵੇਗਾ। ਸਾਡੇ ਨਾਂ ਤੇ ਤੁਹਾਨੂੰ ਚਿੱਠੀਆਂ ਓ ਪਾਵੇਗਾ, ਸਾਡੇ ਨਾਂ ਤੇ ਤੁਹਾਨੂੰ ਚਿੱਠੀਆਂ ਓ ਪਾਵੇਗਾ। ਤੇਰੇ ਸੋਧਣਾ ਸੋਧਣਾ ਵਜ਼ੀਰ ਖਾਨ ਹੰਕਾਰੀ ਐ। ਦੀਪ ਸਿੰਘਾ ਤੇਰੀ ਇੱਥੇ ਜ਼ਿੰਮੇਵਾਰੀ ਐ, ਦੀਪ ਸਿੰਘਾ ਤੇਰੀ ਇੱਥੇ ਜ਼ਿੰਮੇਵਾਰੀ ਐ। ਸਮਾਂ ਆਉਣੇ ਉੱਤੇ ਤੂੰ ਸ਼ਹੀਦ ਹੋਵੇਂਗਾ, ਸ਼ਹੀਦ ਹੋਵੇਂਗਾ, ਸ਼ਹੀਦ ਹੋਵੇਂਗਾ। ਸਮਾਂ ਆਉਣੇ ਉੱਤੇ ਤੂੰ ਸ਼ਹੀਦ ਹੋਵੇਂਗਾ, ਮੌਤ ਕੋਲੋਂ ਨਾ ਤੂੰ ਟੱਕਿਆ ਖਲੋਵੇਂਗਾ, ਮੌਤ ਕੋਲੋਂ ਨਾ ਤੂੰ ਟੱਕਿਆ ਖਲੋਵੇਂਗਾ। ਓ ਜਾਵਾਂ ਜਰਨੈਲਾ ਤੈਥੋਂ ਬਲਹਾਰੀ ਐ, ਤੈਥੋਂ ਬਲਹਾਰੀ ਐ। ਜਾਵਾਂ ਜਰਨੈਲਾ ਤੈਥੋਂ ਬਲਹਾਰੀ ਐ। ਦੀਪ ਸਿੰਘਾ ਤੇਰੀ ਇੱਥੇ ਜ਼ਿੰਮੇਵਾਰੀ ਐ, ਦੀਪ ਸਿੰਘਾ ਤੇਰੀ ਇੱਥੇ ਜ਼ਿੰਮੇਵਾਰੀ ਐ। ਕਲਗੀ ਵਾਲੇ ਸੱਚੇ ਪਾਤਸ਼ਾਹ ਮਹਾਰਾਜ ਨੇ ਬਾਬਾ ਦੀਪ ਸਿੰਘ ਸਾਹਿਬ ਨੂੰ ਜਥੇਦਾਰੀ ਦਿੱਤੀ ਹੈ। ਆਪ ਦਤਾਰ ਪਾਤਸ਼ਾਹ ਮਹਾਰਾਜ ਨੰਦੇੜ ਸਾਹਿਬ ਨੂੰ ਰਵਾਨਾ ਹੁੰਦੇ ਜਥੇਦਾਰੀ ਸਾਂਭਦਿਆਂ ਸਾਰੇ ਸਮਰਦ ਨੇ ਇਲਾਕੇ ਦੀ ਬਾਗਡੋਰ ਨੂੰ ਆਪਣੇ ਹੱਥਾਂ ਵਿੱਚ ਲਿਆ। ਇਤਿਹਾਸ ਇਸ ਗੱਲ ਦੀ ਹਾਮੀ ਭਰਦਾ ਹੈ ਕਿ ਦਮਦਮਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੋਂ 7 ਮੀਲ ਦੀ ਦੂਰੀ ਤੇ ਇੱਕ ਨਗਰ ਹੈ, ਜਿਸ ਨਗਰ ਦਾ ਨਾਮ ਇਤਿਹਾਸ ਨੇ ਪੱਕਾ ਕਰਕੇ ਦਰਸਾਇਆ। ਉਸ ਪੱਕੇ ਨਗਰ ਦੇ ਅੰਦਰ ਇੱਕ ਪੰਡਤ ਰਹਿੰਦਾ ਹੈ, ਜਿਸ ਪੰਡਤ ਦਾ ਨਾਮ ਇਤਿਹਾਸ ਨੇ ਹਰੀਦਾਸ ਕਰਕੇ ਦੱਸਿਆ। ਇਸ ਪੰਡਤ ਦੀਆਂ 2 ਧੀਆਂ ਨੇ। ਇਹ ਪੰਡਤ ਸ਼ਿਵਜੀ ਦੇ ਮੰਦਿਰ ਦਾ ਪੁਜਾਰੀ ਹੈ, ਕੱਟੜ ਪੁਜਾਰੀ ਹੈ, ਔਰ ਇਸੇ ਨਗਰ ਦੇ ਅੰਦਰ ਪੱਕਾ ਕਿਲਾ ਬਣਾ ਕੇ, ਆਪਣੀ ਪੱਕੀ ਗੜੀ ਬਣਾ ਕੇ, ਉਸ ਪੱਕੇ ਤੌਰ ਤੇ ਇੱਕ ਮੁਸਲਮਾਨ ਰਹਿੰਦਾ ਹੈ, ਇੱਕ ਖਾਨ ਰਹਿੰਦਾ ਹੈ, ਜਿਸ ਖਾਨ ਦਾ ਨਾਮ ਇਤਿਹਾਸ ਨੇ ਗਫਾਰੂ ਖਾਨ ਕਰਕੇ ਦਰਸਾਇਆ। ਉਹ ਗਫਾਰੂ ਖਾਨ ਸੂਬਾ ਸਰਹੰਦ ਵਜ਼ੀਰ ਖਾਨ ਦਾ ਸਕਾ ਸਾਲੇ। ਉਹਦੀ ਇਲਾਕੇ ਦੇ ਅੰਦਰ ਦਹਿਸ਼ਤ ਬਹੁਤ ਹੈ, ਉਹਦੇ ਕੋਈ ਵੀ ਮੂੰਹ ਅੱਗੇ ਨਹੀਂ ਆਉਂਦਾ, ਭਾਵ ਕਿ ਉਹਦੀ ਸੈਂਟਰ ਸਰਕਾਰ ਦੇ ਨਾਲ ਸਿੱਧੀ ਗੱਲਬਾਤ ਹੈ। ਅੱਜ ਵੀ ਅਜੋਕੇ ਸਮੇਂ ਅੰਦਰ ਵੀ ਜਿਹੜੀ ਮੰਤਰੀਆਂ ਨਾਲ ਐਮਐਲਏ ਨਾਲ ਗੱਲਬਾਤ ਹੋਵੇ, ਉਹ ਦੂਸਰੇ ਲੋਕ ਜਿਹੜੇ ਆ ਉਹਦੇ ਤੋਂ ਡਰਦੇ ਨਹੀਂ, ਉਹਦੇ ਤੋਂ ਝੱਕਦੇ। ਪਰ ਇਹ ਇੰਨਾ ਜ਼ਾਲਮ ਬੰਦਾ ਹੈ ਕਿ ਇਹਦੇ ਪੁੱਛੇ ਤੋਂ ਬਗੈਰ ਆਪਣੀ ਧੀ ਦਾ ਕੋਈ ਵੀ ਸਾਰਥ ਨਹੀਂ ਸੀ ਕਰ ਸਕਦਾ, ਉਹਦੇ ਹੱਥ ਪੀਲੇ ਕਰਕੇ ਉਹਨੂੰ ਘਰ ਨਹੀਂ ਸੀ ਭੇਜ ਸਕਦਾ। ਉਨੀ ਦੇਰ ਤੱਕ ਘਰੋਂ ਡੋਲਾ ਨਹੀਂ ਸੀ ਤੁਰਦਾ, ਜਿੰਨੀ ਦੇਰ ਤੱਕ ਡੋਲਾ ਹੰਕਾਰੀ ਗਫਾਰੂ ਖਾਨ ਦੇ ਮਹਿਲਾਂ ਵਿੱਚ ਨਹੀਂ ਸੀ ਜਾਂਦਾ। ਮੁੱਕ ਦੀ ਗੱਲ, ਇਸ ਪੰਡਤ ਨੇ ਆਪਣੇ ਮਨ ਦੇ ਨਾਲ ਸਲਾਹ ਕੀਤੀ ਹੈ, ਹਿੰਮਤ ਕੀਤੀ ਤੇ ਹਿੰਮਤ ਕਰਕੇ ਆਖਿਆ ਮੈਂ ਆਪਣੀ ਬੱਚੀ ਦਾ ਵਿਆਹ ਕਰਾਂਗਾ, ਆਪਣੀ ਬੱਚੀ ਦੇ ਹੱਥ ਪੀਲੇ ਕਰਕੇ ਭੇਜਾਂਗਾ। ਪਰ ਉਹ ਹੰਕਾਰੀ ਗਫਾਰੂ ਖਾਨ ਨੂੰ ਦੱਸੇ ਤੋਂ ਬਿਨਾ ਆਇਆ ਇਹ ਘਰ ਆਣ ਕੇ ਆਪਣੀ ਘਰਵਾਲੀ ਨੂੰ ਕਹਿੰਦਾ, ਭਗਵਾਨੇ ਜੇ ਤੂੰ ਮੇਰਾ ਸਾਥ ਦੇਵੇਂ ਤੇ ਆਪਣੀ ਬੱਚੀ ਦਾ ਵਿਆਹ ਉਹਦੇ ਹੱਥ ਪੀਲੇ ਕਰਕੇ ਉਸ ਗਫਾਰੂ ਖਾਨ ਨੂੰ ਦੱਸੇ ਤੋਂ ਬਗੈਰ, ਉਹਦੇ ਮਹਿਲਾਂ ਵਿੱਚ ਡੋਲਾ ਭੇਜਣ ਤੋਂ ਬਗੈਰ ਮੈਂ ਸੁਰਖਰੂ ਡੋਲਾ ਤੋਰਨਾ ਚਾਹੁੰਦਾ। ਜਿਹੜਾ ਸਲਾਹ ਮਸ਼ਵਰਾ ਆ ਕੇ ਪੰਡਤ ਨੇ ਆਪਣੀ ਘਰਵਾਲੀ ਨਾਲ ਕੀਤਾ, ਉਹਦਾ ਨਕਸ਼ਾ ਐਉਂ ਪੇਸ਼। ਓ ਘਰ ਵਾਲੀ ਨੂੰ ਆਖਦਾ ਕੋਈ ਬਣਤ ਬਣਾਈਏ, ਘਰ ਵਾਲੀ ਨੂੰ ਆਖਦਾ ਕੋਈ ਬਣਤ ਬਣਾਈਏ। ਕੋਈ ਮੁੰਡਾ ਲੱਭ ਕੇ ਹਾਣਦਾ ਇਸ ਨੂੰ ਪਰਨਾਈਏ, ਮੁੰਡਾ ਲੱਭ ਕੇ ਹਾਣਦਾ ਇਸ ਨੂੰ ਪਰਨਾਈਏ। ਓ ਘਰ ਵਾਲੀ ਨੂੰ ਆਖਦਾ ਕੋਈ ਬਣਤ ਬਣਾਈਏ,
घरवाली नो आखदा कोई बनत बनाए। कोई मुंडा लब के हाण दा इस नू परनाए। मुंडा लब के हाण दा इस नू परनाए। मुंडा लब के हाण दा इस नू परनाए। हथ पीले करिए इस दे डर दिल दा लाइए। पीले करिए इस दे डर दिल दा लाइए। पीले करिए इस दे डर दिल दा लाइए। क्यों कई दिन कीता क्यों कई दिन कीता इस नू आजाद कराइए। हो कई दिन कीता इस नू आजाद कराइए। क्यों कई दिन कीता इस नू आजाद कराइए। ना सदिए बहुता मेल भी ना रौला पाइए। सदिए बहुता मेल भी ना रौला पाइए। ओ डर मारे पिया नवाब दा लुटे ना जाइए। डर मारे पिया नवाब दा लुटे ना जाइए। मारे पिया नवाब दा लुटे ना जाइए। थोड़ी जी जंज सद के थी अगे लाइए। थोड़ी जी जंज सद के थी अगे लाइए। के आपा सुरखरू रज रोटी खाइए। हो के आपा सुरखरू रज रोटी खाइए। हंकारी गफारू खान दे बारे बोल के दी घरवाली ने आख्या है, पंडित जी तुसी कहने हो अपनी बच्ची दे हाथ पीले करके ਅਸੀਂ ਸੁਰਖਰੂ ਉਹਨੂੰ ਦੇ ਘਰ ਭੇਜ ਦਈਏ ਪਰ ਇਹਨੂੰ ਵਿਆਹਣ ਵਾਸਤੇ ਕੁਰਾਨੀ ਹੋਵੇਗਾ। ਪੰਡਤ ਨੇ ਜਵਾਬ ਦਿੱਤਾ ਹੈ, ਕਹਿਣ ਲੱਗਾ ਭਗਵਾਨ ਨੇ ਮੈਂ ਗੱਲ ਕੀਤੀ ਹੈ, ਉਹ ਮੰਨ ਗਏ ਨੇ। ਉਹ ਵੀ ਅੱਗੋਂ ਪੰਡਤ ਨਿਗਰ ਸਨ। ਉਹਨਾਂ ਆਖਿਆ ਜੇ ਤੁਹਾਨੂੰ ਕੋਈ ਆਪੱਤੀ ਨਹੀਂ, ਜੇ ਤੁਸੀਂ ਗਫਾਰੂ ਖਾਨ ਨੂੰ ਦੱਸਣਾ ਨਹੀਂ ਚਾਹੁੰਦੇ ਉਸ ਖਾਨ ਨੂੰ, ਤੇ ਸਾਨੂੰ ਵੀ ਕੋਈ ਆਪੱਤੀ ਨਹੀਂ, ਅਸੀਂ ਵਿਆਹਣ ਵਾਸਤੇ ਤਿਆਰ ਬਰ ਤਿਆਰ ਹਾਂ। ਮੁੱਕ ਦੀ ਗੱਲ ਆਪਣੀ ਘਰਵਾਲੀ ਨੂੰ ਕਹਿੰਦਾ ਬਹੁਤਾ ਆਪਾਂ ਮੇਲ ਨਾ ਸਦੀਏ, ਆਪਣੇ ਸ਼ਰੀਕੇ ਭਾਈਚਾਰੇ ਦੇ 2-4 ਘਰ ਸੱਦ ਕੇ ਤੇ ਕੁੜੀ ਦੇ ਹੱਥ ਪੀਲੇ ਕਰਕੇ ਨੂੰ ਘਰ ਭੇਜ ਦਈਏ। ਹੁਣ ਆਪਣੇ ਸਕੇ ਭਰਾਵਾਂ ਨੂੰ ਦੱਸਿਆ, ਮਸ਼ਵਰਾ ਕੀਤਾ ਹੈ, ਇਹਨਾਂ ਹਾਂ ਵਿੱਚ ਸਿਰ ਹਿਲਾ ਦਿੱਤਾ ਹੈ, ਕਿਸੇ ਨੂੰ ਬੋਲਾ ਸੱਦਿਆ ਨਹੀਂ। ਵਿਆਹ ਦੀ ਤਾਰੀਖ ਜਿਹੜੀ ਉਹ ਮੁਕਰਰ ਕਰ ਦਿੱਤੀ ਗਈ। ਕਹਿੰਦੇ ਜਦੋਂ ਵਿਆਹ ਦਾ ਦਿਨ ਪੱਕਾ ਹੋ ਗਿਆ, ਵਿਆਹ ਦਾ ਦਿਨ ਪੱਕਾ ਕਰਕੇ ਅਗਲੇ ਦਿਨ ਕੁੜੀ ਦਾ ਡੋਲਾ ਤੋਰਨਾ ਹੈ। ਇਹਨਾਂ ਦੀਆਂ ਜਿਹੜੀਆਂ ਭਰਜਾਈਆਂ ਨੇ ਪੰਡਤ ਹਰੀਦਾਸ ਦੀਆਂ, ਉਹ ਕੁੜੀ ਦੀਆਂ ਚਾਚੀਆਂ ਤੇ ਤਾਈਆਂ, ਉਹਨਾਂ ਨੇ ਉਹਦੇ ਭਰਾਵਾਂ ਨੂੰ ਮਿਹਣੇ ਤੇ ਤਾਨੇ ਮਾਰੇ। ਉਹਨਾਂ ਆਖਿਆ ਤੂੰ ਤੇ ਬਿਨਾਈ ਮੌਤੇ ਮਰ ਸਕਦਾ ਹੈ, ਇਹਨੂੰ ਤੇ ਗਫਾਰੂ ਖਾਂ ਮਾਰ ਦੇਵੇ ਤੇ ਫਰਕ ਨਹੀਂ ਪੈਣਾ, ਤੇਰਾ ਭਰਾ ਹੈ, ਤੂੰ ਆਪਣੀ ਭਰਾ ਖਾਤਰ ਮਰ ਸਕਦਾ ਤੇ ਅਸੀਂ ਬਿਨਾਈ ਮੌਤੇ ਨਹੀਂ ਮਰ ਸਕਦੇ। ਜਦੋਂ ਕੰਨ ਭਰੇ ਨੇ ਸਾਰੇ ਭਰਾ ਇਕੱਠੇ ਹੋ ਕੇ ਪਰਿਵਾਰ ਸਮੇਤ ਉਸ ਗਫਾਰੂ ਖਾਨ ਦੇ ਮਹਿਲਾਂ ਵਿੱਚ ਗਏ ਨੇ। ਜਾ ਕੇ ਗਫਾਰੂ ਖਾਨ ਨੂੰ ਇਹ ਗੱਲ ਆਖਣ ਲੱਗੇ, ਖਾਨ ਜੀ ਸਾਡਾ ਭਰਾ ਹਰੀਦਾਸ ਬਾਗੀ ਹੋ ਗਿਆ ਹੈ, ਉਹਨੇ ਤੁਹਾਡੇ ਖਿਲਾਫ ਬਗਾਵਤ ਛੇੜ ਦਿੱਤੀ ਹੈ ਤੇ ਤੁਹਾਨੂੰ ਦੱਸੇ ਤੋਂ ਬਗੈਰ ਆਪਣੀ ਬੱਚੀ ਦਾ ਵਿਆਹ ਕਰ ਰਿਹਾ ਹੈ। ਇਹਨਾਂ ਨੂੰ ਇੱਥੇ ਚੰਗਾ ਇਹਨਾਂ ਦਾ ਉਹਨੇ ਆਦਰ ਮਾਣ ਕੀਤਾ ਹੈ ਤੇ ਆਦਰ ਮਾਣ ਕਰਕੇ ਉਹਨੇ ਘਰ ਕੱਲਿਆ। ਆਦਰ ਮਾਣ ਕੀ ਕਰਨਾ ਸੀ, ਚੰਗੇ ਲਫੇੜੇ ਮਾਰੇ ਵੀ ਪਹਿਲਾਂ ਸੁੱਤੇ ਸੀ, ਤੁਸੀਂ ਮੈਨੂੰ ਆ ਕੇ ਦੱਸਿਆ ਕਿਉਂ ਨਹੀਂ? ਕਹਿੰਦੇ ਕਦੋਂ ਆ ਗੱਲ ਹੋਈ ਹੈ, ਇਹਨਾਂ ਦਾ ਸਤਿਕਾਰ ਕਰਕੇ ਘਰ ਕੱਲਿਆ। ਅਗਲਾ ਦਿਨ ਹੋਇਆ, ਉਧਰੋਂ ਆਪਣੀ ਬੱਚੀ ਦਾ ਹੱਥ ਪੀਲੇ ਕਰਨੇ, ਉਹਦਾ ਡੋਲਾ ਸੁਰਖਰੂ ਤੋਰਨਾ ਚਾਹੁੰਦਾ ਹੈ। ਗਿਆ ਹੰਕਾਰੀ ਗਫਾਰੂ ਖਾਨ ਲੈ ਕੇ ਆਪਣੇ ਅਹਿਲਕਾਰਾਂ ਨੂੰ ਨਾਲ ਤੇ
ਜਾਂਦਿਆਂ ਸਾਰ ਉਸ ਧੀ ਦਾ ਡੋਲਾ ਚੱਕਿਆ ਤੇ ਡੋਲਾ ਚੱਕ ਕੇ ਤੁਰ ਲੱਗਾ। ਹੁਣ ਜਦੋਂ ਤੁਰ ਲੱਗਾ ਤੇ ਜਿਸ ਬਾਪ ਦੀ ਧੀ ਦਾ ਡੋਲਾ ਤੁਰਨ ਤੋਂ ਪਹਿਲਾਂ ਇਹ ਖਾਨ ਚੁੱਕ ਕੇ ਲਿਜਾ ਰਿਹਾ ਹੈ, ਹੁਣ ਉਸ ਬਾਪ ਦੇ ਦਿਲ ਤੇ ਬੀਤਦੀ ਹੈ ਕੀ ਹੋਵੇਗੀ। ਇਹਨੇ ਹੱਥ ਜੋੜਿਆ, ਹੱਥ ਜੋੜ ਕੇ ਆਖਣ ਲੱਗਾ, ਖਾਨ ਜੀ ਮੇਰੀ ਇਸ ਧੀ ਦਾ ਡੋਲਾ ਛੱਡ ਦਿੱਤਾ ਜਾਵੇ। ਕਹਿੰਦੇ ਖਾਨ ਨੇ ਲੱਤ ਮਾਰੀ ਹੈ, ਮਾਰ ਕੇ ਲੱਤ ਪਿਛਾਂ ਸੁੱਟ ਦਿੱਤਾ ਤੇ ਆਖਿਆ, ਪੰਡਤਾ ਓਏ ਤੈਨੂੰ ਪਹਿਲਾਂ ਯਾਦ ਨਾ ਆਇਆ, ਤੈਨੂੰ ਮੇਰਾ ਖੌਫ ਭੁੱਲ ਗਿਆ ਸੀ, ਤੂੰ ਜਾਣਦਾ ਨਹੀਂ ਮੈਨੂੰ। ਜਦੋਂ ਆਹ ਗੱਲ ਆਖੀ ਕਹਿੰਦੇ ਭਰਾਵਾਂ ਵੱਲ ਭੱਜਾ। ਹੁਣ ਆਪਣੀਆਂ ਬਾਹਾਂ ਗੱਲ ਨੂੰ ਆਉਂਦੀਆਂ ਨੇ, ਜਦੋਂ ਭਰਾਵਾਂ ਵੱਲ ਭੱਜਾ ਤੇ ਕਹਿੰਦੇ ਉਹਨਾਂ ਦਰਵਾਜ਼ਾ ਹੀ ਨਾ ਖੋਲਿਆ। ਜਦੋਂ ਦਰਵਾਜ਼ਾ ਨਾ ਖੋਲਿਆ ਫਿਰ ਥਾਣੇ ਵੱਲ ਭੱਜਾ ਤੇ ਥਾਣੇ ਵਾਲਾ ਨੇ ਜਦੋਂ ਗਫਾਰੂ ਖਾਨ ਦਾ ਨਾਂ ਸੁਣਿਆ ਤੇ ਨਾਂ ਵਿੱਚ ਸਿਰ ਹਿਲਾ ਕੇ ਉਹਨੂੰ ਕਿਹਾ ਕਿ ਵਾਪਸ ਪਰਤ ਜਾ, ਇੱਥੇ ਤੇਰੀ ਸੁਣਵਾਈ ਨਹੀਂ ਹੋਵੇਗੀ, ਭਾਵ ਉਹਦੀ ਰਿਪੋਰਟ ਵੀ ਨਾ ਲਿਖੀ ਗਈ। ਹੁਣ ਮੰਦਿਰ ਵਿੱਚ ਗਿਆ ਤੇ ਮੰਦਿਰ ਵਿੱਚ ਜਾ ਕੇ ਟਰ ਖੜਕਾਉਣ ਲੱਗਾ। ਜਿਹੜੀਆਂ ਮੂਰਤੀਆਂ ਦੇ ਅੱਗੇ ਉਹ ਅਗਰਬੱਤੀਆਂ ਕਰਦਾ ਰਿਹਾ, ਆਰਤੀਆਂ ਉਤਾਰਦਾ ਰਿਹਾ। ਹੁਣ ਉਹਨਾਂ ਦੇਵੀ ਦੇਵਤਿਆਂ ਅੱਗੇ ਬੇਨਤੀਆਂ ਕਰਨ ਲੱਗਾ, ਕਹਿੰਦਾ ਇਹਨਾਂ ਪੱਥਰ ਦੀਆਂ ਮੂਰਤੀਆਂ ਵਿੱਚੋਂ ਬਾਹਰ ਆਵੋ ਤੇ ਆਣ ਕੇ ਮੇਰੀ ਉਸ ਧੀ ਦਾ ਡੋਲਾ ਉਸ ਖਾਨ ਦੇ ਕੋਲੋਂ, ਹੰਕਾਰੀ ਗਫਾਰੂ ਖਾਨ ਦੇ ਕੋਲੋਂ ਛਡਾਵੋ। ਪਰ ਕਹਿੰਦੇ ਪੱਥਰ ਦੀਆਂ ਮੂਰਤੀਆਂ ਵਿੱਚ ਜੇ ਦੇਵਤੇ ਹੁੰਦੇ ਤੇ ਵੜਦੇ ਨਾ। ਸਾਹਿਬ ਕਹਿੰਦੇ ਬੁੱਤ ਪੂਜ ਪੂਜ ਹਿੰਦੂ ਮੂਏ, ਤੁਰਕ ਮੂਏ ਸਰਨਾਈ, ਓਲੇ ਦਾਰੇ ਓਲੇ ਗਾਡੇ, ਤੇਰੀ ਗੱਤ ਦੋਹੂ ਨਾ ਪਾਈ। ਕਹਿੰਦੇ ਆ ਕੇ ਮੰਦਿਰ ਦੀ ਚੌਖੜ ਦੇ ਉੱਪਰ ਸਿਰ ਮਾਰ ਕੇ ਕਹਿਣ ਲੱਗਾ, ਉਹਨਾਂ ਦੇਵੀ ਤੇ ਦੇਵਤਿਆਂ ਨੂੰ ਮੈਂ ਆਪਣੀ ਜਾਨ ਦੇ ਦੇਵਾਂਗਾ। ਮੱਥੇ ਤੋਂ ਖੂਨ ਟਪਕਦਾ ਹੈ। ਕਹਿੰਦੇ ਉਧਰ ਨਾਨਕ ਨਾਮ ਲੈਵਾ ਸਿੱਖਾਂ ਨੂੰ ਪਤਾ ਲੱਗਾ, ਗੁਰੂ ਦੇ ਪਿਆਰ ਵਾਲੇ ਉਸ ਮੰਦਿਰ ਦੇ ਗਾੜੀਆਂ ਗੁਜ਼ਰ ਰਹੇ ਸਨ। ਰੱਖ ਕੇ ਪੰਡਤ ਦੇ ਮੋਢੇ ਤੇ ਹੱਥ ਕਿਹਾ, ਪੰਡਤਾ ਕੀ ਗੱਲ ਹੈ। ਇਹਨੇ ਆਖਿਆ ਮੇਰੀ ਧੀ ਦਾ ਡੋਲਾ ਹੰਕਾਰੀ ਗਫਾਰੂ ਖਾਨ ਧੱਕੇ ਨਾਲ ਚੁੱਕ ਕੇ ਲੈ ਗਿਆ। ਉਹਨਾਂ ਇੱਕੋ ਦਰ ਹੈ ਜਿਹੜਾ ਦਰ ਤੇਰੀ ਝੋਲੀ ਵਿੱਚ ਖੈਰ ਪਾ ਸਕਦਾ ਹੈ, ਉਹ ਹੈ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦਾ ਦਰ। ਇਹਨੇ ਪੁੱਛਿਆ ਕਿੱਥੇ ਹੈ। ਇਹਨੇ ਆਖਿਆ ਕਲਗੀ ਵਾਲੇ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਬੋ ਕੀ ਤਲਵੰਡੀ ਤਖਤ ਸ੍ਰੀ ਦਮਦਮਾ ਸਾਹਿਬ ਤੇ ਮਾਝੇ ਦੇ ਮਹਾਨ ਜਰਨੈਲ ਜਥੇਦਾਰ ਬਾਬਾ ਦੀਪ ਸਿੰਘ ਸਾਹਿਬ ਨੂੰ ਜ਼ਿੰਮੇਵਾਰੀ ਦਿੱਤੀ ਹੈ। ਹਰ ਬਾਬਾ ਦੀਪ ਸਿੰਘ ਸਾਹਿਬ ਦੇ ਕੋਲ ਲਗਿਆ ਹੈ। ਜਾਂਦਿਆਂ ਸਾਰ ਰਸਤੇ ਵਿੱਚ ਸਾਰੀ ਘਾਟ ਦੱਸੀ ਹੈ। ਦੱਸ ਕੇ ਘਾਟ ਕਹਿੰਦਾ, ਪੰਡਤਾ ਇਸ ਢੰਗ ਨਾਲ, ਇਸ ਤਰੀਕੇ ਨਾਲ ਆਪਣੇ ਅੰਦਰ ਦਾ ਜਿਹੜਾ ਦਰਦ ਹੈ ਉਸ ਦਰਦ ਨੂੰ ਯਾਰ ਕਰਨਾ ਹੈ। ਜਾਂਦਿਆਂ ਸਾਰ ਬਾਬਾ ਦੀਪ ਸਿੰਘ ਸਾਹਿਬ ਬਾਰੇ ਪੁੱਛਿਆ ਗਿਆ। ਪੁੱਛਦਿਆਂ ਸਾਰ ਬਾਬਾ ਦੀਪ ਸਿੰਘ ਸਾਹਿਬ ਦੇ ਕੋਲ ਗਿਆ ਹੈ। ਸਿੰਘਾਂ ਨੇ ਫਤਿਹ ਬੁਲਾਈ ਹੈ। ਪੰਡਤ ਨੇ ਹੱਥ ਜੋੜਿਆ ਹੈ। ਨਮਸਕਾਰ ਕਰਦਿਆਂ ਸਾਰ ਬਾਬਾ ਦੀਪ ਸਿੰਘ ਸਾਹਿਬ ਨੇ ਆਖਿਆ, ਉਹ ਪੰਡਤ ਜੀ ਕਿਵੇਂ ਆਉਣੇ ਹੋਏ ਨੇ। ਜਦੋਂ ਆਹ ਗੱਲ ਕਹੀ ਹੈ, ਮਾਰ ਕੇ ਤਵਥੜਾ ਇਹ ਪੰਡਤ ਹਰੀਦਾਸ ਆਪਣੇ ਲੁੱਟੇ ਜਾਣ ਦੀ ਦਾਸਤਾਨ ਦਾ ਪੰਨਾ ਦੱਸਦਾ। ਕਹਿੰਦਾ, ਸਰਦਾਰਾ ਤੇਰੇ ਹੁੰਦਿਆਂ ਦਿਨ ਦੀਵੀ ਮੇਰੇ ਘਰ ਤੇ ਡਾਕਾ ਪੈ ਗਿਆ। ਹੰਕਾਰੀ ਗਫਾਰੂ ਖਾਨ ਮੇਰੀ ਧੀ ਨੂੰ ਚੁੱਕ ਕੇ ਲੈ ਗਿਆ ਹੈ। ਮਾਰ ਕੇ ਤਵਥੜਾ ਪੰਡਤ ਹਰੀਦਾਸ ਨੇ ਆਪਣੇ ਅੰਦਰੋਂ ਹਾਂ ਦਾ ਨਾਰਾ ਬਾਬਾ ਦੀਪ ਸਿੰਘ ਸਾਹਿਬ ਨੂੰ ਮਾਰ ਕੇ ਐਉਂ ਦੱਸੇ। ਕੋਲੇ ਆ ਕੇ ਜਥੇਦਾਰ ਦੇ ਪੰਡਤ ਤਰਲੇ ਲੈਣ ਲਗਾ। ਭਰੇ ਸਿਸਕੀਆਂ ਡੁਸਕ ਡੁਸਕ ਕੇ ਨੀਰ ਅੱਖਾਂ ਚੋਂ ਵਹਿਣ ਲਗਾ। ਕੋਈ ਨਾ ਸੁਣਦਾ ਕਿੱਥੇ ਜਾ ਕੇ ਮਾਰਾ ਹਾਂ ਦਾ ਨਾਰਾ ਮੈਂ। ਤੇਰੇ ਹੁੰਦਿਆਂ ਸਿਖਰ ਦੁਪਹਿਰੇ ਲੁੱਟਿਆ ਗਿਆ ਸਰਦਾਰਾ ਮੈਂ। ਬਈ ਇਸ ਖਾਨ ਦੇ ਹੱਥੋਂ ਹੋਇਆ, ਇਸ ਖਾਨ ਦੇ ਹੱਥੋਂ ਹੋਇਆ ਸਾਡਾ ਮੁਸ਼ਕਲ ਜੀਣਾ ਏ। ਉਸ ਪਾਪੀ ਹਰਾਮ ਅਸਾਂ ਦਾ ਕਰਤਾ ਖਾਣਾ ਪੀਣਾ ਏ। ਉਹ ਕੰਨਿਆ ਮੇਰੀ ਚੁੱਕ ਕੇ ਲੈ ਗਿਆ ਹਾਂ ਕਰਮਾਂ ਦਾ ਮਾਰਾ ਮੈਂ। ਤੇਰੇ ਹੁੰਦਿਆਂ ਸਿਖਰ ਦੁਪਹਿਰੇ ਲੁੱਟਿਆ ਗਿਆ ਸਰਦਾਰ ਮੈਂ। ਝੋਲੀ ਦੇ ਵਿੱਚ ਪਾ ਕੇ ਧੀ ਨੂੰ, ਡੋਲੀ ਦੇ ਵਿੱਚ ਪਾ ਕੇ ਧੀ ਨੂੰ ਜਦ ਸੀ ਤੋਰਨ ਲੱਗਾ ਮੈਂ। ਇੱਕਦਮ ਆ ਕੇ ਖਾਨ ਕੜਕਿਆ, ਭੁੱਲਿਆ ਅੱਗਾ ਪਿੱਛਾ ਮੈਂ। ਉਹ ਸਿਰ ਤੋਂ ਪੈਰਾਂ ਤੀਕਰ ਕੰਬਿਆ, ਸਿਰ ਤੋਂ ਪੈਰਾਂ ਤੀਕਰ ਕੰਬਿਆ। ਸੁਣੀ ਉਸ ਦਾ ਲਲਕਾਰਾ ਮੈਂ।
ਤੇਰੇ ਹੁੰਦਿਆਂ ਸਿਖਰ ਦੁਪਹਿਰੇ ਲੁੱਟਿਆ ਗਿਆ ਸਰਦਾਰ ਮੈਂ ਬੜੇ ਬੜੇ ਜੋ ਰਾਜਪੂਤ ਵੀ ਰੰਗ ਜੇਬ ਤੋਂ ਡਰਦੇ ਨੇ ਸਭ ਨੂੰ ਆਣ ਨਵਾਇਆ ਮੁਗਲਾਂ ਉਸ ਦਾ ਪਾਣੀ ਭਰਦੇ ਨੇ ਮੇਰੀ ਇੱਕ ਕਿਸੇ ਨਾ ਮੰਨੀ ਪਰਖਿਆ ਭਾਈਚਾਰਾ ਮੈਂ ਤੇਰੇ ਹੁੰਦਿਆਂ ਸਿਖਰ ਦੁਪਹਿਰੇ ਲੁੱਟਿਆ ਗਿਆ ਸਰਦਾਰ ਮੈਂ ਸਿੰਘ ਗੁਰੂ ਗੋਬਿੰਦ ਦਾ ਤੂੰ ਤਾਂ ਸਿੰਘ ਗੁਰੂ ਗੋਬਿੰਦ ਦਾ ਜੋ ਦੁਖੀਆਂ ਦਾ ਵਾਲੀ ਏ ਜ਼ੁਲਮ ਮਟਾਵਣ ਖਾਤਰ ਜਿਸਨੇ ਸਾਜੀ ਫੌਜ ਅਕਾਲੀ ਏ ਓ ਤੇਰੇ ਦਰ ਤੇ ਚੱਲ ਆ ਗਿਆ ਤੇਰੇ ਦਰ ਤੇ ਚੱਲ ਆ ਗਿਆ ਤੇਰਾ ਤੱਕ ਸਹਾਰਾ ਮੈਂ ਤੇਰੇ ਹੁੰਦਿਆਂ ਸਿਖਰ ਦੁਪਹਿਰੇ ਲੁੱਟਿਆ ਗਿਆ ਸਰਦਾਰ ਮੈਂ ਜੇਕਰ ਮਦਦ ਕਰੀ ਨਾ ਮੇਰੀ ਹੋਰ ਕੋਈ ਕਾਰਾ ਕਰ ਜੂ ਮੈਂ ਨਾਲ ਕੰਧਾਂ ਦੇ ਮਾਰ ਕੇ ਟੱਕਰਾਂ ਤੇਰੇ ਸਾਵੇਂ ਮਰ ਜੂ ਮੈਂ ਜਰਨੈਲ ਸਿਆਂ ਦੁੱਖ ਕਿਸ ਨੂੰ ਦੱਸਾਂ ਬਹੁਤਾ ਹੀ ਦੁਖਿਆਰਾ ਮੈਂ ਤੇਰੇ ਹੁੰਦਿਆਂ ਸਿਖਰ ਦੁਪਹਿਰੇ ਲੁੱਟਿਆ ਗਿਆ ਸਰਦਾਰਾ ਮੈਂ ਪੰਡਤ ਨੇ ਰੋ ਕੇ ਆਪਣੀ ਅੰਦਰ ਭਰੀ ਦਰਦ ਭਰੀ ਦਾਸਤਾਨ ਦਾ ਪੰਨਾ ਜਥੇਦਾਰ ਬਾਬਾ ਦੀਪ ਸਿੰਘ ਸਾਹਿਬ ਦੇ ਅੱਗੇ ਰੱਖਿਆ। ਬਾਬਾ ਦੀਪ ਸਿੰਘ ਸਾਹਿਬ ਨੇ ਜਦੋਂ ਤੇ ਰੋਣ ਦੀ ਆਵਾਜ਼ ਸੁਣੀ ਤੇ ਸਿੰਘਾਂ ਨੂੰ ਆਵਾਜ਼ ਦਿੱਤੀ ਕਿ ਪੰਡਤ ਨੂੰ ਜਲ ਪਾਣੀ ਛਕਾ ਕੇ ਲਿਆਂਦਾ ਜਾਵੇ। ਹੁਣ ਜਲ ਪਾਣੀ ਛਕ ਕੇ ਆਇਆ ਪੰਡਤ, ਜਦੋਂ ਆਇਆ ਇਹ ਥੋੜਾ ਜਿਹਾ ਆਪਣੇ ਆਪ ਦੇ ਵਿੱਚ ਹੋਇਆ। ਜਦੋਂ ਕਹਿੰਦੇ ਆਪਣੇ ਆਪ ਦੇ ਵਿੱਚ ਥੋੜਾ ਜਿਹਾ ਹੋਇਆ ਤੇ ਹੋ ਕੇ ਜਥੇਦਾਰ ਬਾਬਾ ਦੀਪ ਸਿੰਘ ਸਾਹਿਬ ਨੇ ਸਵਾਲ ਕੀਤਾ, ਕਹਿੰਦਾ ਪੰਡਤ ਜੀ ਹੁਣ ਦੱਸੋ ਕਿ ਤੁਹਾਡੇ ਅੰਦਰ ਦੀ ਭਾਵਨਾ ਕੀ ਹੈ? ਕਹਿੰਦਾ ਮੇਰੇ ਅੰਦਰ ਦੀ ਭਾਵਨਾ ਕਿ ਮੇਰੀ ਬੱਚੀ ਨੂੰ ਹੰਕਾਰੀ ਗਫਾਰੂ ਖਾਂ ਧੱਕੇ ਨਾਲ ਚੁੱਕ ਕੇ ਲੈ ਗਿਆ। ਬਾਬਾ ਦੀਪ ਸਿੰਘ ਸਾਹਿਬ ਕਹਿਣ ਲੱਗੇ ਤੂੰ ਡੱਕਿਆ ਨਾ? ਕਹਿੰਦਾ ਮੈਂ ਤੇ ਡੱਕਿਆ ਸੀ ਪਰ ਮੇਰਾ ਡੱਕਿਆ ਉਹ ਰਹਿੰਦਾ ਕਿੱਥੇ ਹੈ? ਕਹਿੰਦੇ ਫਿਰ ਤੂੰ ਆਪਣੇ ਭਰਾਵਾਂ ਵੱਲ ਜਾਣੋ। ਕਹਿੰਦਾ ਮੈਂ ਭਰਾਵਾਂ ਵੱਲ ਵੀ ਗਿਆ ਸਾਂ ਪਰ ਮੇਰੇ ਭਰਾਵਾਂ ਨੇ ਤਾਂ ਮੈਨੂੰ ਮਰਵਾਇਆ। ਉਹਨਾਂ ਤਾਂ ਜਾ ਕੇ ਉਸ ਖਾਨ ਨੂੰ ਦੱਸਿਆ ਸੀ, ਉਹਨਾਂ ਮੇਰੀ ਮਰਦ ਦੇ ਉੱਪਰ ਕਿੱਥੇ ਉਤਰਨਾ ਲਿਖਿਆ ਹੁੰਦਾ ਨਾ ਕਿ ਆਪਣਿਆਂ ਤੋਂ ਬਚੋ ਇੱਥੋਂ ਮਾਰ ਦੇ। ਹੁਣ ਬਾਬਾ ਦੀਪ ਸਿੰਘ ਸਾਹਿਬ ਕਹਿਣ ਲੱਗੇ ਜੇ ਤੇਰੀ ਭਰਾਵਾਂ ਨੇ ਨਾ ਸੁਣੀ ਤੇ ਫਿਰ ਤੂੰ ਥਾਣੇ ਜਾਣੋ। ਕਹਿੰਦਾ ਜੀ ਮੈਂ ਥਾਣੇ ਵੀ ਗਿਆ ਸਾਂ, ਥਾਣੇ ਦੇ ਵਿੱਚ ਉਹਦੇ ਖਿਲਾਫ ਕੋਈ ਰਿਪੋਰਟ ਲਿਖਣ ਵਾਸਤੇ ਤਿਆਰ ਨਹੀਂ। ਬਾਬਾ ਦੀਪ ਸਿੰਘ ਸਾਹਿਬ ਨੇ ਆਖਿਆ ਕਿਉਂ? ਕਹਿੰਦਾ ਜੀ ਉਹ ਸੂਬਾ ਸਰਹੰਦ ਵਜੀਦ ਖਾਨ ਦਾ ਸਕਾ ਸਾਲੇ, ਉਹਦੀ ਸੈਂਟਰ ਦੇ ਨਾਲ ਸਿੱਧੀ ਗੱਲਬਾਤ ਹੈ, ਇਸ ਕਰਕੇ ਉਹਦੇ ਖਿਲਾਫ ਕੋਈ ਰਿਪੋਰਟ ਲਿਖਣ ਵਾਸਤੇ ਤਿਆਰ ਨਹੀਂ। ਜਥੇਦਾਰ ਬਾਬਾ ਦੀਪ ਸਿੰਘ ਸਾਹਿਬ ਨੇ ਔਰ ਰੋਹ ਵਿੱਚ ਆਪਣੀ ਇਸ ਚੰਡੀ ਨੂੰ ਬੇਬਿਆਨ ਕੀਤਾ ਹੈ। ਥੋੜਾ ਜਿਹਾ ਉਤਾਂ ਤਰ ਕੇ ਕਹਿਣ ਲੱਗਾ ਉਹ ਪੰਡਤਾ ਹੈ ਹੁਣ ਤੂੰ ਬੈਠ ਜਾ, ਜੋ ਸੂਬਾ ਸਰਹੰਦ ਵਜੀਦ ਖਾਨ ਦਾ ਰਿਸ਼ਤੇਦਾਰ ਹੈ ਤੇ ਉਹਦੇ ਨਾਲ ਤੇ ਸਾਡਾ ਦੇ ਪੁਰਾਣਾ ਹਿਸਾਬ ਕਿਤਾਬ ਚੁੱਕਦਾ ਕਰਨ ਵਾਲਾ ਬਾਕੀ ਮਰਦਾਂ ਨੇ ਵੰਗਾਰੇ ਸਾਰੇ ਸੂਰਮਿਆਂ ਨੂੰ ਵੰਗਾਰ ਕੇ ਲਾਈਏ ਨਗਾਰੇ ਤੇ ਚੋਟ ਔਰ ਹੁਕਮ ਕੀਤਾ ਕਿ ਹੁਣੇ ਇਸ ਪੰਡਤ ਦੀ ਬੱਚੀ ਨੂੰ ਹੰਕਾਰੀ ਗਫਾਰੂ ਖਾਨ ਦੇ ਚੁੰਗਲ ਵਿੱਚੋਂ ਛੁਡਾ ਕੇ ਲਿਆਂਦਾ ਜਾਵੇ। ਸਾਰੇ ਮਰਦ ਸੂਰਮੇ ਦਰਨੈਲ ਤਿਆਰ ਹੋਏ ਨੇ। ਨਗਾਰੇ ਤੇ ਚੋਟ ਲੱਗੀ ਹੈ, ਨਗਾਰੇ ਤੇ ਚੋਟ ਲਾ ਕੇ ਜਦੋਂ ਤੁਰਨ ਲੱਗੇ ਨਾ ਤੇ ਕਹਿੰਦੇ ਬਾਬਾ ਦੀਪ ਸਿੰਘ ਸਾਹਿਬ ਨੇ ਪੰਡਤ ਨੂੰ ਬਾਹਰ ਮਾਰੀ ਕਿ ਪੰਡਤ ਜੀ ਹੁਣ ਤੁਸੀਂ ਵੀ ਨਾਲ ਚੱਲੋ। ਜਦੋਂ ਆਹ ਗੱਲ ਹੋਈ ਨਾ ਤੇ ਅੱਗੋਂ ਪੰਡਤ ਨੇ ਹੱਥ ਜੋੜ ਦਿੱਤੇ, ਕਹਿੰਦਾ ਵੀ ਬਾਬਾ ਜੀ ਮੈਂ ਤੇ ਨਹੀਂ ਜਾ ਸਕਦਾ। ਜਦੋਂ ਇਹ ਗੱਲ ਆਖੀ ਹੈ ਤੇ ਕਹਿੰਦੇ ਬਾਬਾ ਦੀਪ ਸਿੰਘ ਸਾਹਿਬ ਜੀ ਕਹਿਣ ਲੱਗੇ ਪੰਡਤ ਜੀ ਤੁਸੀਂ ਕਿਉਂ ਨਹੀਂ ਜਾ ਸਕਦੇ? ਅਸੀਂ ਤੇ ਤੁਹਾਡੀ ਬੱਚੀ ਨੂੰ ਪਹਿਚਾਣਦੇ ਨਹੀਂ। ਕਹਿੰਦਾ ਨਾ ਬਾਬਾ ਜੀ ਉਹਦਾ ਦੇਹ ਜਿੱਡਾ ਕੱਦ, ਉਹਦਾ 9.5 ਫੁੱਟ ਕੱਦ, ਉਹ ਸਾਬਤ ਦੁੰਬਾ ਕੱਲਾ ਹੀ ਖਾ ਜਾਵੇ। ਜਦੋਂ ਉਹਨੇ ਮੱਥੇ ਤੇ ਤਿਉੜੀ ਪਾ ਕੇ ਵੇਖਿਆ ਕਿ ਮੈਂ ਜਿੰਦਾ ਰਹਿ ਜਾਵਾਂਗਾ। ਜਦੋਂ ਆਹ ਗੱਲ ਆਖੀ ਨਾ ਤੇ ਅੱਗੋਂ ਬਾਬਾ ਦੀਪ ਸਿੰਘ ਸਾਹਿਬ ਨੇ ਡੌਲਿਆਂ ਤੋਂ ਪਕੜਿਆ ਪੰਡਤ ਨੂੰ ਤੇ ਆਖਿਆ ਉਹ ਪੰਡਤਾ ਯਾਦ ਰੱਖੀ ਅੱਜ ਕਲਗੀ ਵਾਲੇ ਸੱਚੇ ਪਾਤਸ਼ਾਹ ਮਹਾਰਾਜ ਦੇ ਜਰਨੈਲਾਂ ਦੇ ਨਾਲ ਚੱਲੇ ਆਂ। ਅੱਜ ਉਹ ਖਾਨ ਮੱਥੇ ਤੇ ਤਿਉੜੀ ਨਹੀਂ ਪਾ ਸਕੇਗਾ। ਉਸ ਪੰਡਤ ਨੂੰ ਲਿਆਏ ਨਾਲ ਲੱਗੀ ਹੈ ਨਗਾਰੇ ਤੇ ਚੋਟ। ਮੰਦਲਾਂ ਨੂੰ ਮਾਰਦੇ ਹੋਏ 7 ਮੀਲ ਦਾ ਪੈਂਡਾ ਤੈਅ ਕਰਕੇ ਜਾ ਪਹੁੰਚੇ ਨੇ ਉਸ
पक्के नगर दे अंदर जिथे पक्की गढ़ी बना के बैठा है, कहते किथे उन्हें गढ़ी बनाई उत्थे सुरक्षा कवच दी लाइन खिंची है और उस सुरक्षा कवच दे तहत उन्हें अपनी पूरी फोर्स जिहड़ी जंगी फोर्स है उस फोर्स नूं लाया है। मौत दे काट उतार के इन्हां मर्दां ने उस पक्की गढ़ी दे दरवाजे नूं खोल दिता है। जदों दरवाजा खुला है मर्द अंदर दाखिल होए ने। अंदर जांदियां सार जथेदार बाबा दीप सिंह साहब ने उस गफारू खान नूं आखिया है, अपने एहलकारां नूं आखिया कि तुसीं उस खान नूं बाहर कढो जिहड़ा उपर किबारे दे अंदर ऐशो आराम दी जिंदगी बतीत करदा है। अगों एहलकारां ने सवाल कीता, जाके दस्सिया है ओ वापस ना परतिया ते बाबा दीप सिंह साहब नूं कहण लगे भी साडे कहते हो आउंदा नहीं। इस मर्द ने अपनी चंडी नूं कीता है बेम्यान, खिच के म्यान चों तलवार रख के धरती दी हिक दे उपर वंगार के उस खान नूं आवाज मारी ते आख्या, खाना बाहर निकल। मैं सुनिए तेरे इलाके दे अंदर दहशत बड़ी भारी है। मैं सुनिए तू शरेआम डोले अपने महिला दे अंदर लियान के रखदा है। अज गुरु दा खालसा तैनू मिलण वास्ते आया है। आ जे तेरे डोले च ताकत है थल्ले आके दो हथ कर। वह कलगी वाले सच्चे पातशाह महाराज दे लालां दे आ चेहरे सूरज दियां लालियां दे वांग भगते खाना जे डोले च ताकत जरा थल्ले ता उतरोए। हल्ला करता सिखर दोपहरे जाके मर्द दलेरा ने, चारे पासे उस दे मल्ले जाड़ो बब्बर शेरा ने। जे तू मर्द सदाउना खाना कर साडे ते वार जरा, तैनू सिंह मिलन लई आए निकल गड़ी चों बाहर जरा। गरीब दी राखी करनी साडी जिम्मेवारी है, सुनिया इस इलाके अंदर तेरी दहशत पारी है। क्यों नहीं तैनू मुड़का आउंदा ते सुन साडी ललकार जरा। क्यों नहीं तैनू मुड़का आउंदा सुन साडी ललकार जरा। तैनू सिंह मिलन लई आए निकल गड़ी चों बाहर जरा। तू अल्लाह दा खौफ भुला के लुटदा ने ते गरीबां नूं, कई विचारे किस्मत मारे रोंदे फिरन नसीबां नूं। आ जा आपां आपस विच दी परख लईए तलवार जरा। तैनू सिंह मिलन लई आए निकल गड़ी चों बाहर जरा। रोल च रंगे गैरत वंदे नेत्र वांग मसाला दे, सूरज वांगर भखदे चेहरे वे गुरु दे लाला दे। भरे पे तीरा ना पत्थे ते हौला करिए पार जरा। भरे पे तीरा ना पत्थे हौला करिए पार जरा। तैनू सिंह मिलन लई आए निकल गड़ी चों बाहर जरा। जोर तेग दे चुक लियावे नित पंडतां दियां जाइयां नो, रब दा खौफ भुलाया ओए दुष्टा करदा ए मन आइयां नो। कोई तेरे तरले करदा सुनदा नहीं पुकार जरा। तैनू सिंह मिलन लई आए निकल गड़ी चों बाहर जरा। तैनू सोतन बदले पंथ खालसा आया ए जो तेरा किला कुफर दा जाना पल विच ढाया सिया हुण बेशक सद ले अपने मददगार जरा। तैनू सिंह मिलन लई आए निकल गड़ी चों बाहर जरा। किस मर्द ने आख्या खाना जे तेरे डोलियां च ताकत है जरा थल्ले ता उतरो। इन्हां अपना पड़तानियां दे उपर तो अपना जोर आजमाउणा है। मैं सुनिया तेरे इलाके दे अंदर दहशत बड़ी भारी है। कहंदे कदों आ गल होई एहलकार ने जाके दस्सिया है कि बाबा दीप सिंह साहब थल्ले आया जरा जाके मिल। आ लफेड़ा लियान के मारिया है और चबारे दी फर्श दे उपर सुट दिता है। कहने लगा तू दस्सिया नहीं मेरे बारे दीप सिंह नूं जाके दस के मैं कौन आ। कहंदा दी मैं ते दस्सिया है। हुण गल इउं है कि तू अपने मुंह दे विचों दस, हुण मेरी कही ते सुणदा नहीं। आया रो बिता के अपनी तलवार हथ विच लई है, माउंटी दे उत्ते खलो के कहन लगा दीप सिंह जे तू भली चाहुंदा ते वापस परत जा। जे तू अपनी जान बचाउणी चाहुंदा ते अपनी जान बचा के इस गड़ी चों वापस परत जा ते हथियार सुट के मेरे कोल माफी मंग ला। जदों आ गल आखी है कहन लगा दस कदी शेरां दे मुंह विचों भी बकरियां नूं छड़ाया गया,
ਜਦੋਂ ਆ ਨੇ ਲਫ਼ਾਜ਼ ਵਰਤਿਆ ਤੇ ਬਾਬਾ ਦੀਪ ਸਿੰਘ ਸਾਹਿਬ ਨੇ ਜਵਾਬ ਦਿੱਤਾ ਹੈ, ਕਹਿਣ ਲੱਗਾ ਖਾਨਾ ਅੱਜ ਯਾਦ ਰੱਖੀ, ਬੱਕਰੀ ਨੂੰ ਵੀ ਛਡਵਾਉਣਾ ਹੈ ਪਰ ਸ਼ੇਰ ਦਾ ਸ਼ਿਕਾਰ ਕਰਕੇ ਉਹਨੂੰ ਛਡਵਾ ਕੇ ਖੜਨਾ ਹੈ। ਮੁੱਕਦੀ ਗੱਲ ਜਦੋਂ ਇੱਥੋਂ ਤੂੰ ਮੈਂ ਤੇ ਗੱਲ ਆਈ ਹੈ, ਇਸ ਮਰਦ ਨੂੰ ਵੰਗਾਰਨ ਲੱਗਾ ਹੈ ਤੇ ਮਰਦ ਨੇ ਆਪਣੀ ਇਸ ਤਲਵਾਰ ਨੂੰ ਮਿਆਨ ਦੇ ਅੰਦਰ ਪਾਇਆ ਤੇ ਪੱਥੇ ਵਿੱਚੋਂ ਕੱਢਿਆ ਤੀਰ, ਚਾੜ ਕੇ ਕਮਾਨ ਦੀ ਤੰਦੀ ਦੇ ਉੱਪਰ ਖੜ ਕਰਦਾ ਖਿੱਚਿਆ ਛਾਤੀ ਦੇ ਤੱਕ ਤੇ ਮਰਦ ਨੇ ਕਹਿੰਦੇ ਲਿਆਣ ਕੇ ਜਦੋਂ ਤੀਰ ਸਾਧ ਕੇ ਨਿਸ਼ਾਨਾ ਉਹਦੇ ਅਹਿਲਕਾਰ ਦੇ ਮੱਥੇ ਵਿੱਚ ਮਾਰਿਆ, ਜਿਹਨੇ ਫੌਲਾਦੀ ਮਖੌਟਾ ਪਹਿਨਿਆ ਹੋਇਆ ਸੀ, ਉਹਨੂੰ ਚੀਰਦਾ ਹੋਇਆ ਤੂਫਾਨ ਹੋ ਕੇ ਉਸ ਧਰਤੀ ਵਿੱਚ ਉਹ ਜਿਹੜੀ ਪਿੱਛੇ ਕੰਧ ਸੀ ਉਸ ਕੰਧ ਦੇ ਵਿੱਚ ਉਹਨੂੰ ਪਰੋ ਦਿੱਤਾ ਹੈ। ਤੇ ਕਹਿੰਦੇ ਹੰਕਾਰੀ ਗਫਾਰੂ ਖਾਨ ਦੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ। ਜਦੋਂ ਪੈਰਾਂ ਥੱਲੇ ਜ਼ਮੀਨ ਖਿਸਕੀ ਨਾ, ਇਹਨੇ ਉਹ ਪ੍ਰਤੀਤ ਹੋਇਆ ਕਿ ਅੱਜ ਦੀਪ ਸਿੰਘ ਮੈਨੂੰ ਜਿਉਂਦਾ ਨਹੀਂ ਛੱਡੇਗਾ। ਇਹਨੇ ਦੋ ਮਨ ਕੀਤੇ, ਇੱਕ ਮਨ ਕੀਤਾ ਕਿ ਪਿਛਲੇ ਦਰਵਾਜ਼ੇ ਥਾਣੀ ਦੌੜ ਜਾਵਾਂ ਤੇ ਦੂਸਰੇ ਮਨ ਦੇ ਨਾਲ ਕਹਿੰਦਾ ਉਹ ਇੱਥੋਂ ਦੀਆਂ ਔਰਤਾਂ ਨੇ ਮਿਹਨਤ ਦੇ ਤਾਨੇ ਰੋੜੇ ਪੱਥਰ ਮਾਰ ਮਾਰ ਕੇ ਮਾਰ ਦੇਣਾ, ਉਹ ਮਰਦ ਬਣ ਸਕਦਾ ਜਦ ਮਰਦ ਨਾਲ ਪੇਚਾ ਪਿਆ ਤੇ ਦੀਵਾਨ ਛੱਡ ਕੇ ਇਸ ਮੈਦਾਨ ਨੂੰ ਛੱਡ ਕੇ ਉਸ ਰਣ ਤੱਤੇ ਨੂੰ ਛੱਡ ਕੇ ਪਿਛਲੇ ਦਰਵਾਜ਼ੇ ਥਾਣੀ ਦੌੜਦਾ ਹੈ। ਕਹਿੰਦੇ ਜਦੋਂ ਆਹ ਗੱਲ ਹੋਈ ਹੈ, ਇਸ ਫੈਸਲਾ ਲੈ ਕੇ ਆਪਣੇ ਅਹਿਲਕਾਰਾਂ ਨੂੰ ਨਾਲ ਤੇ ਤਲਵਾਰ ਤੂਈ ਤੇ ਥੱਲੇ ਆ ਗਿਆ। ਜਦੋਂ ਮੈਦਾਨ ਤੇ ਅੰਦਰ ਆਇਆ ਤੇ ਮੈਦਾਨ ਤੇ ਅੰਦਰ ਆ ਕੇ ਇਹਨੇ ਹੁਣ ਜੰਗੀ ਪੈਂਤਰਾ ਵਰਤਿਆ ਹੈ, ਮੈਦਾਨੀ ਪੈਂਤਰਾ ਵਰਤ ਕੇ ਨੇ 3 ਵਾਰ ਕੀਤੇ ਨੇ। 3 ਵਾਰ ਕਰਕੇ ਉਸ ਮਰਦ ਮਾਝੇ ਦੇ ਮਹਾਨ ਜਰਨੈਲ ਜਥੇਦਾਰ ਬਾਬਾ ਦੀਪ ਸਿੰਘ ਸਾਹਿਬ ਦੇ ਤੇ ਕਹਿਣ ਲੱਗਾ ਹੁਣ ਮੈਂ ਤੈਨੂੰ ਦੱਸਾਂਗਾ ਕਿ ਮੇਰਾ ਜ਼ੋਰ ਕਿੰਨਾ ਕਾ, ਪਰ ਕਹਿੰਦੇ ਤਿੰਨੇ ਨਾ ਲੱਗੇ। ਜਦੋਂ ਨਾ ਲੱਗੇ ਨਾ, ਇਹ ਆਪਣੇ ਪੈਰ ਪਿਛਾਂਹ ਨੂੰ ਖਿਸਕਾਉਣ ਲੱਗਾ ਹੈ। ਮਾਝੇ ਦਾ ਉਹ ਮਹਾਨ ਜਰਨੈਲ ਜਥੇਦਾਰ ਬਾਬਾ ਦੀਪ ਸਿੰਘ ਸਾਹਿਬ ਨੇ ਪਾ ਕੇ ਪੱਬਾਂ ਦੇ ਭਾਰ ਆਵਾਜ਼ ਦੇ ਕੇ ਖਾਨ ਨੂੰ ਆਖਿਆ, ਓਏ ਖਾਨਾ ਰੁਕ, ਤੈਨੂੰ ਮੈਂ ਦੱਸਦਾ ਕਿ ਵਾਰ ਕਿਵੇਂ ਕਰੀਦਾ ਹੈ। ਇਸ ਮਰਦ ਨੇ ਕਲਗੀ ਵਾਲੇ ਸੱਤੇ ਪਾਤਸ਼ਾਹ ਮਹਾਰਾਜ ਨੂੰ ਯਾਦ ਕੀਤਾ ਹੈ, ਦੋ ਕਾਲੰਗ ਪ੍ਰਣਾਸੀ ਦਿਆਲਿਕ ਸਰੂਪੇ ਸਦਾ ਅੰਗ ਸੰਗੇ ਆ ਭੰਗੰਗ ਬੇ ਪੂਤੇ ਪਾ ਕੇ ਪੱਬਾ ਤੇ ਭਾਰ ਆ ਤੂੰ ਕੇ ਮਿਆਨ ਚੋਂ ਸ਼ਮਸ਼ੀਰ ਲਿਆੜ ਕੇ ਇਸ ਮਰਦ ਨੇ ਆ ਸੱਜੇ ਮੋਢੇ ਤੋਂ ਵਾਰ ਕਰਕੇ ਹੰਕਾਰੀ ਗਫਾਰੂ ਖਾਨ ਨੂੰ ਤੂਫਾਨ ਕਰਕੇ ਧਰਤੀ ਤੇ ਆਇਓ। ਅੱਗ ਲੱਗੀ ਸੱਤੀ ਕੱਪੜੀ ਨਵਾਬ ਦੇ, ਜਦੋਂ ਸਿੰਘਾਂ ਦੀ ਸੁਣੀ ਲਲਕਾਰ, ਚਾਪੇ ਮੌਤ ਤੁਸਾਂ ਦੀ ਆ ਗਈ ਗਿੱਦੜੋ ਗਿੱਦੜੋ, ਬੂਏ ਸ਼ੇਰ ਦੇ ਜੇ ਰਹਿ ਜੇ ਵੰਗਾਰਾਂ। ਮਾਰ ਕੇ ਨਗਾਰੇ ਉੱਤੇ ਸੂਰਮਾ ਚੜੇ ਪਹਿਨ ਕੇ ਪੰਜੇ ਹਥਿਆਰ, ਤੇਗ ਗੁੱਸੇ ਵਿੱਚ ਖਿੱਚ ਲਈ ਮਿਆਨ ਚੋਂ, ਗੁੱਸੇ ਵਿੱਚ ਖਿੱਚ ਲਈ ਮਿਆਨ ਚੋਂ, ਚਾਟੇ ਆ ਗਿਆ ਗੜੀ ਦੇ ਵਿੱਚੋਂ ਬਾਹਰ। ਅੱਗੋਂ ਖਾਲਸੇ ਨੂੰ ਚੜ ਆਈਆਂ ਲਾਲੀਆਂ, ਖਾਲਸੇ ਨੂੰ ਚਾੜੀ ਆਈਆਂ ਲਾਲੀਆਂ, ਭੁੱਖੇ ਸ਼ੇਰ ਨੂੰ ਜਦ ਇਸ ਪੈ ਸ਼ਿਕਾਰ, ਤੂੰ ਚੁੱਕਦਾ ਗਰੀਬਾਂ ਦੀਆਂ ਕੰਨਿਆਂ, ਚੁੱਕਦਾ ਗਰੀਬਾਂ ਦੀਆਂ ਕੰਨਿਆਂ, ਖੌਫ ਖਾਲਸੇ ਦਾ ਦਿਲ ਚ ਵਸਾਰਾ। ਫੌਜ ਜੋਸ਼ ਵਿੱਚ ਲੜੀ ਦੋਹਾਂ ਧਿਰਾਂ ਦੀ, ਜਾਣੋ ਪਲਾਂ ਵਿੱਚ ਲੱਥ ਗਏ ਸਤਾਰ, ਖੇਡ ਖੇਡੀ ਐਸੀ ਤੇਗ ਦੇ ਖਿਡਾਰੀਆਂ, ਖੇਡੀ ਐਸੀ ਤੇਗ ਦੇ ਖਿਡਾਰੀਆਂ, ਖੜੇ ਲੋਥਾਂ ਵਾਲੇ ਦਿੱਤੇ ਨੇ ਉਸਾਰਾ। ਜਥੇਦਾਰ ਤੇ ਪਠਾਣ ਆਪੋ ਵਿੱਚ ਸੀ, ਉਹ ਗਲ ਪੈ ਗਏ ਇੱਕ ਦੂਜੇ ਨੂੰ ਵੰਗਾਰ, ਸੱਟਾਂ ਵੱਧ ਵੱਧ ਸੂਰਮੇ ਸੀ ਮਾਰਦੇ, ਵੱਧ ਵੱਧ ਸੂਰਮੇ ਸੀ ਮਾਰਦੇ, ਦੋਵਾਂ ਧਿਰਾਂ ਦੇ ਘੜੀ ਅਜੇ ਤੁਹਾਰਾ। ਉਹ ਤੇਗਾ ਮਾਰ ਮਾਰ ਥੱਕਿਆ ਨਵਾਬ ਜਾਈਓ, ਤੇਗਾ ਮਾਰ ਮਾਰ ਥੱਕਿਆ ਨਵਾਬ ਜਾ, ਜਥੇਦਾਰ ਨੇ ਮਾਰੀ ਤਲਵਾਰ, ਦੋ ਧੜ ਕਰ ਸੁੱਟਤਾ ਪਠਾਨ ਨੂੰ, ਧੜ ਕਰ ਸੁੱਟਤਾ ਪਠਾਨ ਨੂੰ, ਜਿਵੇਂ ਸਾਬਣ ਨੂੰ ਚੀਰ ਸੁੱਟੇ ਤਾਰਾ। ਹੋਇਆ ਵੇਖਿਆ ਜਾ ਫੌਜ ਨੇ ਨਵਾਬ ਨੂੰ ਵੇਖਿਆ ਜਾ ਫੌਜ ਨੇ ਨਵਾਬ ਨੂੰ ਖਾ ਕੇ ਭੱਜ ਗਏ ਮੈਦਾਨ
ਮੈਦਾਨ ਵਿੱਚੋਂ ਹਾਰ। ਇਸ ਤਰ੍ਹਾਂ ਜਰਨੈਲ ਸਿੰਘ ਪੰਥ ਨੇ ਜਰਨੈਲ ਸਿੰਘ ਪੰਥ ਨੇ ਕੀਤਾ ਬਹੁਤ ਵੱਡਾ ਪਰ ਉਪਕਾਰ। ਇਸ ਮਰਦ ਨੇ ਲਿਆੜ ਕੇ ਉੱਪਰੋਂ ਪੱਬਾਂ ਤੇ ਪਾਰ ਹੋ ਕੇ ਭਰਮਾਂ ਵਾਰ ਕੀਤਾ ਹੈ ਤੇ ਕਰਕੇ ਭਰਮਾਂ ਵਾਰ ਜਰਨੈਲ ਸਿੰਘ ਨੇ ਸਵਰਗੀ ਕਵੀਸ਼ਰ ਸਾਡੇ ਉਸਤਾਦਾਂ ਦੀ ਦੁਨੀਆ ਤੋਂ ਉਹਨਾਂ ਟੇਕ ਪਏ, ਕਹਿੰਦੇ ਜਿਵੇਂ ਸਾਬਣ ਨੂੰ ਤਾਰ ਚੀਰ ਕੇ ਸੁੱਟ ਦਿੰਦੀ ਹੈ ਨਾ, ਐਵੇਂ ਫੁਲਾਦੀ ਜੈਕਟ ਫੁਲਾਦੀ ਜ਼ਰੀਬ ਦੇ ਨਾਲ ਜਕੜਿਆ ਹੋਇਆ ਹੰਕਾਰੀ ਗਫਾਰੂ ਖਾਂ ਦੋ ਟੋਟੇ ਕਰਕੇ ਧਰਤੀ ਤੇ ਸੁੱਟ ਦਿੱਤੇ। ਚਿੱਤ ਕਰ ਦਿੱਤਾ ਕਿ ਜਦੋਂ ਸਰਦਾਰ ਮਾਰਿਆ ਗਿਆ ਫਿਰ ਫੌਜਾਂ ਨੇ ਤੇ ਦੌੜਨਾ ਹੀ ਸੀ। ਹੁਣ ਫੌਜਾਂ ਦੌੜ ਉੱਠੀਆਂ। ਮੁੱਕ ਦੀ ਗੱਲ ਇਹਨਾਂ ਮਰਦਾਂ ਨੇ ਇਸ ਪੱਕੇ ਨਗਰ ਦੇ ਅੰਦਰ ਪੱਕੀ ਗੜੀ ਬਣਾ ਕੇ ਬੈਠਾ ਹੰਕਾਰੀ ਗਫਾਰੂ ਖਾਨ ਨੂੰ ਸੋਧਾ ਲਾਇਆ। ਇਹ ਰਣ ਤੱਤਾ ਵੇਲਾ ਕਰ ਦਿੱਤਾ ਹੈ ਔਰ ਰਣ ਤੱਤਾ ਵੇਲਾ ਕਰਕੇ ਮੈਦਾਨ ਵੇਲਾ ਕਰਕੇ ਨਾ ਮਰਦਾਂ ਨੇ ਖਾਲੀ ਕਰਕੇ ਜਿੱਥੇ ਹੈਦਰੀ ਝੰਡਾ ਤੁਲਦਾ ਸੀ ਉੱਥੇ ਕੇਸਰੀ ਝੰਡਾ ਤੁਲਾਇਆ ਹੈ। ਇਹਨਾਂ ਮਰਦਾਂ ਕੇਸਰੀ ਝੰਡਾ ਤੁਲਾ ਕੇ ਜਿੰਨੀਆਂ ਵੀ ਅਵਲਾ ਪੜਤਾਨੀਆਂ ਨੂੰ ਹੰਕਾਰੀ ਗਫਾਰੂ ਖਾਨ ਚੁੱਕ ਕੇ ਲਿਆਇਆ ਸੀ, ਇਹਨਾਂ ਮਰਦਾਂ ਨੇ ਕੱਲੀ ਹਰੀਦਾਸ ਦੀ ਧੀ ਨੂੰ ਨਹੀਂ ਸਾਰਿਆਂ ਨੂੰ ਛਡਾਇਆ ਔਰ ਛਡਾ ਕੇ ਨਾ ਮਰਦਾਂ ਨੇ ਨਗਾਰੇ ਤੇ ਚੋਟ ਲਾਈ, ਸੁਰਖਰੀ ਕਰੋ ਕਰੀ ਪਚਾਈਆਂ ਨੇ, ਪਚਾ ਕੇ ਵਾਪਸ ਪਹੁੰਚੇ ਨੇ। ਇਹ ਸਾਬੋ ਕੀ ਤਲਵੰਡੀ ਤਖਤ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਹੁਕਮ ਹੋਇਆ ਪ੍ਰਬੰਧਕਾਂ ਵੱਲੋਂ ਕਿ ਇੱਕ ਵਾਰ ਤੁਹਾਡੀ ਖਿਦਮਤ ਵਿੱਚ ਕਹੀ ਜਾਵੇ। ਜਲਦੀ ਦੇ ਨਾਲ ਮੈਂ ਕਹਿ ਕੇ ਤੇ ਖਿਮਾ ਦੇ ਜਾਤਕ ਉਦਾਣਾ, ਕਿਉਂਕਿ ਮੇਰਾ ਵੀਰ ਗਿਆਨੀ ਗੁਰਪ੍ਰਤਾਪ ਸਿੰਘ ਜੀ ਪਦਮ ਅਸੀਂ ਇੱਕੋ ਸਕੂਲੇ ਪੜ੍ਹੇ ਆਂ ਜੀ ਤੇ ਮੇਰਾ ਜਮਾਤੀ ਹੈ, ਮੇਰਾ ਕਲਾਸਮੇਟ ਹੈ। ਗੁਰਦੇਵ ਨੇ ਕਿਰਪਾ ਕੀਤੀ, ਆਉਣ ਵਾਲਾ ਜੱਥਾ ਵੀ ਅੱਲ ਹੈ, ਉਹ ਵੀ ਮੇਰਾ ਜਮਾਤੀ ਹੈ। ਮੈਂ ਕਮਿਸ਼ਨਰ ਬਣ ਗਿਆ ਤੇ ਉਹ ਢਾਡੀ ਕਲਾ ਵੱਲ ਨੂੰ ਉਹਨੇ ਮੂੰਹ ਮੋੜ ਲਿਆ। ਮੁੱਕ ਦੀ ਗੱਲ ਸਤਿਗੁਰੂ ਕਿਰਪਾ ਕਰੇ, ਸਾਡੀਆਂ ਕਵਿਤਾਵਾਂ ਨੈਟ ਉੱਪਰ ਬੜਾ ਤੁਸਾਂ ਮਾਣ ਸਨਮਾਨ ਦਿੱਤਾ ਹੈ। ਪਿੰਡਰਾਂ ਵਾਲਾ ਅੱਤਵਾਦੀ ਨਹੀਂ ਸੁਣ ਲੈ ਤੂੰ ਸਰਕਾਰੇ, ਸਿੱਖ ਕੌਮ ਨੂੰ ਮਾਣ ਬੜਾ ਜਗਤਾਰ ਹਵਾਰੇ ਤੇ। ਆਉਣ ਵਾਲੀਆਂ ਸਾਡੀਆਂ ਕਵਿਤਾਵਾਂ ਪਿਸਟਲ ਰਹਿਣੇ ਨੇ ਜੇ ਡੱਬਾਂ ਦੇ ਸ਼ਿੰਗਾਰ, ਫਿਰ ਨਹੀਂ ਗੁਲਾਮੀ ਗਲੋਂ ਲੈਣੀ ਜੋ ਦਿਓ। ਦੂਸਰੀ ਕਵਿਤਾ ਦਿੱਲੀਏ ਜੇ ਤੂੰ ਸੁਧਰੀ ਨਾ ਫਿਰ ਹੱਥ ਤੇਗ ਨੂੰ ਪਾਵਾਂਗੇ। ਹੁਣ ਲੱਗਦਾ ਸਿੰਘਾਂ ਨੂੰ ਚੁੱਕਣੀ ਪਊ ਕੇ 47। ਤੇ ਇੱਕ ਕਵਿਤਾ ਵੀ ਹੀਰਾ ਸਿੰਘ ਨੇ ਲਿਖੀ ਹੈ ਜੋ ਮਰਦੇ ਮੁਜਾਹਿਦ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਨੇ ਐਲਾਨ ਕੀਤਾ ਸੀ। ਉਹ ਕਹਿੰਦਾ ਪੈਲੀ ਕਿੱਲਾ ਬਣਦੀ ਤਾਂ ਘੱਟ ਬਣ ਜੇ ਪਰ ਘਰ ਵਿੱਚ ਜੰਗੀ ਹਥਿਆਰ ਰੱਖਿਓ। ਇੱਕ ਕਵਿਤਾ ਜਿਹੜੀ 2 ਮਿੰਟਾਂ ਦੀ ਉਹ ਤੁਹਾਡੀ ਖਿਦਮਤ ਵਿੱਚ ਕਹਿ ਕੇ ਖਿਮਾ ਦੇ ਦਾਤ ਕੋ ਦੇਣਾ ਹੈ, ਕਿਉਂਕਿ ਮੈਂ ਬਹੁਤਾ ਸਮਾਂ ਆਪਣੇ ਵੀਰ ਤੇ ਤੁਹਾਡੇ ਵਿਚਕਾਰ ਕੰਧ ਬਣ ਕੇ ਨਹੀਂ ਰਹਿਣਾ ਚਾਹੁੰਦਾ। ਪ੍ਰਬੰਧਕਾਂ ਦਾ ਹੁਕਮ ਸਿਰ ਮੱਥੇ ਤੇ ਮੰਨਦਾ ਹੋਇਆ ਆਓ ਕਲਗੀ ਵਾਲੇ ਸੱਤੇ ਪਾਤਸ਼ਾਹ ਮਹਾਰਾਜ ਤੋਂ ਬਾਅਦ ਕੌਮ ਦੀ ਬਾਗਡੋਰ ਨੂੰ ਸੰਭਿਆ ਮਰਦੇ ਮੁਜਾਹਿਦ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਨੇ। ਤੇ ਪਿੰਡਰਾਂ ਵਾਲੇ ਤੋਂ ਬਾਅਦ ਜੇ ਕੋਈ ਕੌਮ ਦਾ ਵਾਰਸ ਤੇ ਕੌਮ ਦਾ ਆਗੂ ਹੈ ਉਹ ਜਗਤਾਰ ਸਿੰਘ ਹਵਾਰਾ, ਜਿਹੜਾ ਆਪਣੀ ਸਦਾ ਪੂਰੀ ਹੋਣ ਦੇ ਬਾਵਜੂਦ ਵੀ ਜੇਲ੍ਹਾਂ ਦੀਆਂ ਸੀਖਾਂ ਦੇ ਪਿੱਛੇ ਡੱਕਿਆ ਹੈ, ਪਰ ਕੌਮ ਉਹਦੇ ਉੱਪਰ ਫਖਰ ਕਰਦੀ ਹੈ, ਉਹਦੇ ਉੱਪਰ ਮਾਣ ਕਰਦੀ ਹੈ। ਉਹ ਕਵਿਤਾ ਆਪਣਾ ਪ੍ਰਚਾਰ ਖੁਦ ਕਰੇਗੀ। ਪੇਸ਼ ਹੈ ਸਿੱਖ ਕੌਮ ਨੂੰ ਮਾਣ ਬੜਾ ਜਗਤਾਰ ਹਵਾਰੇ। ਗਲੋਂ ਗੁਲਾਮੀ ਲਾਉਣ ਦੀਆਂ ਜੋ ਗੱਲਾਂ ਕਰਦਾ ਹੈ, ਛੀਣੀ ਮਾਂ ਦਾ ਜਾਇਆ ਮਰਨੋਂ ਰਤਨ ਡਰਦਾ ਹੈ। ਉਹ ਮੁਸ਼ਕਲ ਨਾ ਬਣ ਜਾਵੇ ਜੀ ਸਰਾਜ ਦੁਲਾਰੇ ਤੇ, ਸਿੱਖ ਕੌਮ ਨੂੰ ਮਾਣ ਬੜਾ ਜਗਤਾਰ ਹਵਾਰੇ ਤੇ। ਗਲੋਂ ਗੁਲਾਮੀ ਲਾਉਣ ਦੀਆਂ ਜੋ ਗੱਲਾਂ ਕਰਦਾ ਹੈ, ਛੀਣੀ ਮਾਂ ਦਾ ਜਾਇਆ ਮਰਨੋਂ ਰਤਨ ਡਰਦਾ ਹੈ। ਉਹ ਮੁਸ਼ਕਲ ਨਾ ਬਣ ਜਾਵੇ ਜੀ ਸਰਾਜ ਦੁਲਾਰੇ ਤੇ, ਸਿੱਖ ਕੌਮ ਨੂੰ ਮਾਣ ਬੜਾ ਜਗਤਾਰ ਹਵਾਰੇ ਤੇ। ਪਿੰਜਰੇ ਦੇ ਵਿੱਚ ਬੰਦ ਨਾ ਰਹਿਣਾ ਐਸੇ ਸ਼ੇਰਾਂ ਨੇ, ਹੱਕ ਆਪਣਾ ਲੈ ਕੇ ਛੱਡਣਾ ਮਰਦ ਦਲੇਰਾਂ ਨੇ। ਉਹ ਨਜ਼ਰ ਕਿਤੇ ਨਾ ਲੱਗ ਜਾਵੇ ਅੰਬਰਾਂ ਦੇ ਤਾਰੇ ਤੇ, ਸਿੱਖ ਕੌਮ ਨੂੰ ਮਾਣ ਬੜਾ ਜਗਤਾਰ ਹਵਾਰੇ ਤੇ। ਉਹ ਸਾਰੀ ਜ਼ਿੰਦਗੀ ਜੋ ਦੇ ਸਾਰੀ ਜ਼ਿੰਦਗੀ ਜੋ ਦੇ ਕੌਮ ਦੇ ਲੇਖੇ ਲਾਈ ਹੈ, ਮਜਲੂਮਾਂ ਦੀ ਖਾਤਰ ਲੈਂਦਾ ਏ ਲੜਾਈ ਹੈ। ਉਹ ਮਾਣ ਹੁੰਦਾ ਏ ਸ਼ੇਰਾਂ ਤਾਈਂ ਸੰਗਲ ਮਾਰੇ ਤੇ, ਸਿੱਖ ਕੌਮ ਨੂੰ ਮਾਣ ਬੜਾ ਜਗਤਾਰ ਹਵਾਰੇ ਤੇ। ਅਸੀਂ ਰਲਾਂਗੇ ਨਾਲ
ਹਵਾਰੇ ਦੇ ਅਸੀਂ ਰਲਣਾ ਨਾਲ ਹਵਾਰੇ ਦੇ ਪੰਥ ਦੇ ਪਿਆਰੇ ਸ਼ਰਧਾਲੂ ਕਈ ਜਥੇਦਾਰ ਤੇ ਦਿਲ ਚ ਲੁਕਾ ਕੇ ਬੈਠੇ ਕੌਮ ਦਾ ਪਿਆਰ ਨੇ ਇੱਕ ਜਥੇਦਾਰ ਹੁੰਦੇ ਪੰਥ ਦਰਦੀ ਨੇ ਤੇ ਪੰਥੀ ਉੱਤੋਂ ਆਪਣੀ ਉਹ ਜਾਨ ਦਿੰਦੇ ਵਾਰ ਨੇ ਇੱਕ ਜਥੇਦਾਰ ਹੁੰਦੇ ਫੋਟੋਆਂ ਖਿਚਾਉਣ ਵਾਲੇ ਓਏ ਫੋਟੋਆਂ ਲਵਾਉਣ ਵਾਲੇ ਫੋਟੋਆਂ ਖਿਚਾਉਣ ਵਾਲੇ ਇੱਕ ਜਥੇਦਾਰ ਹੁੰਦੇ ਫੋਟੋਆਂ ਖਿਚਾਉਣ ਵਾਲੇ ਤੇ ਹੇਰਾ ਫੇਰੀ ਵਿੱਚ ਹੁੰਦੇ ਬੜੇ ਹੁਸ਼ਿਆਰ ਨੇ ਇੱਕ ਬੇੜੀ ਡੋਬ ਦੇ ਤੇ ਇੱਕ ਬੇੜੀ ਤਾਰ ਦੇ ਨੇ ਇਹ ਵੀ ਜਥੇਦਾਰ ਨੇ ਤੇ ਉਹ ਵੀ ਜਥੇਦਾਰ ਨੇ ਹਾਂ ਰਲ ਕੇ ਨਾਲ ਹਵਾਰੇ ਖਾਲਸਤਾਨ ਬਣਾਵਾਂਗੇ ਕੁਲਦੀਪ ਪਿੰਗੜੀ ਵਾਲਿਆ ਆਪਣਾ ਫਰਜ਼ ਨਿਭਾਵਾਂਗੇ ਉਹ ਮਾਣ ਬੜਾ ਹੈ ਦੁਸ਼ਮਣ ਦੇ ਉਸ ਕਰਜ਼ੇ ਚਾੜੇ ਤੇ ਸਿੱਖ ਕੌਮ ਨੂੰ ਮਾਣ ਬੜਾ ਜਗਤਾਰ ਹਵਾਰੇ ਤੇ एक वो है जो बदलते हैं जमाने के साथ साथ, एक वो है जो बदलते हैं जमाने के साथ साथ, लेकिन मर्द वो हैं जो जमाने को बदल देते हैं, जो जमाने को बदल देते हैं। होइयां बेअंत भुल्लां दी खिमा सतगुरु कृपा करे। दतार पातशाही हादरी दरगाह ते प्रवान एक कविता दी होर मंग कीती सी मेरे वीर जी हुणां ने, पर मेरे कोल समा नहीं, किधरे समा बनिया मैं तुहाडी खिदमत अंदर जरूर रख के देवांगा। छोटे दो चमकौर चमंगेते छोटे सरहंद विच दो, ਵੱਡੇ ਦੋ ਚਮਕੌਰ ਤਮੰਗੇਤੇ ਛੋਟੇ ਸਰਹੰਦ ਵਿੱਚ ਦੋ। ਉਹ ਕਵਿਤਾ ਦੀ ਮੰਗ ਕੀਤੀ ਸੀ। ਆਉਂਦੇ ਮੇਲੇ ਨੂੰ ਜਾਂ ਤੁਸੀਂ ਪਹਿਲਾਂ ਯਾਦ ਕਰੋਗੇ ਤੇ ਮੈਂ ਤੁਹਾਡੀ ਖਿਦਮਤ ਦੇ ਵਿੱਚ ਜ਼ਰੂਰ ਰੱਖਣ ਦਾ ਯਤਨ ਕਰਾਂਗਾ। ਸਤਿਗੁਰੂ ਕਿਰਪਾ ਕਰੇ। ਦਤਾਰ ਪਾਤਸ਼ਾਹ ਕਿਉਂਕਿ ਸਫੇ ਦੇ ਵਿੱਚ ਤਬਦੀਲੀ ਕੀਤੀ ਗਈ, ਸਮਾਂ ਸਾਨੂੰ 1 ਤੋਂ 3 ਦੱਸਿਆ ਗਿਆ ਸੀ, ਪ੍ਰਬੰਧਕਾਂ ਦੀ ਮਜਬੂਰੀ ਹੋਇਆ ਕਰਦੀ ਹੈ। ਸਾਡੇ ਵੱਡੇ ਪਾਜੀ ਨੇ ਗਿਆਨੀ ਤੇਜਿੰਦਰਪਾਲ ਸਿੰਘ ਜੀ, ਜੋ ਸਾਡੇ ਨਾਲ ਦਿਲੀ ਮੁਹੱਬਤ ਦਿਲੀ ਪਿਆਰ ਕਰਦੇ ਨੇ, ਔਰ ਪਰਿਵਾਰਕ ਸਾਂਝ ਸਾਡੀ ਸਮੁੱਚੀ ਮੈਨੇਜਮੈਂਟ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਆਪ ਰੱਬ ਵਰਗੀ ਸੰਗਤ ਦਾ ਹੁਕਮ ਸਾਡੇ ਤੱਕ ਪਹੁੰਚਾ ਕੇ ਔਰ ਦਰਸ਼ਨਦਾਰ ਕਰਵਾਏ ਨੇ। ਸਤਿਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਸਾਡਾ ਪਿਆਰ ਸਾਡੀ ਮੁਹੱਬਤ ਜਿਹੜੀ ਉਹ ਬਰਕਰਾਰ ਰਹਿ ਸਕੇ। ਉਮੀਦ ਕਰਦਾ ਹਾਂ ਕਿ ਮੈਂ ਤੁਹਾਡੀ ਇਸ ਕਸਵੱਟੀ ਦੇ ਉੱਪਰ ਖਰਾ ਉਤਰਨ ਦਾ ਯਤਨ ਕੀਤਾ ਹੈ। ਅੱਗੇ ਸਤਿਗੁਰੂ ਕਿਰਪਾ ਕਰੇ ਦਤਾਰ ਪਾਤਸ਼ਾਹ ਇਸੇ ਤਰ੍ਹਾਂ ਪਿਆਰ ਬਣਾਈ ਰੱਖੇ। ਜਥੇਦਾਰ ਭਾਈ ਅਵਤਾਰ ਸਿੰਘ ਜੀ ਇਤਿਹਾਸ ਦਾ ਮਾਣ ਸਤਿਕਾਰ ਕਰਦਿਆਂ 100 ਦਮੜਾ ਦੇ ਕੇ ਨਿਵਾਜਦੇ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ। ਕਵੀਸ਼ਰ ਗਿਆਨੀ ਕੁਲਦੀਪ ਸਿੰਘ ਜੀ ਦੀਪਕ, ਸਵਰਗੀय ਕਵੀਸ਼ਰ ਸਾਡੇ ਉਸਤਾਦਾਂ ਦੀ ਦੁਨੀਆ ਤੋਂ ਗਿਆਨੀ ਜਰਨੈਲ ਸਿੰਘ ਜੀ ਸਭਰਾ, ਉਹਨਾਂ ਦੇ ਪਵਿੱਤਰ ਨਾਮ ਤੋਂ 100 ਦਮੜਾ ਦੇ ਕੇ ਨਿਵਾਜਦੇ ਮੈਂ ਧੰਨਵਾਦ ਕਰਦਾ ਹਾਂ। ਸਤਿਗੁਰੂ ਕਿਰਪਾ ਕਰ। ਸਾਡੇ ਤੋਂ ਬਾਅਦ ਵਿੱਚ ਆਉਣ ਵਾਲਾ ਜੱਥਾ ਮੇਰਾ ਜਮਾਤੀ, ਮੇਰਾ ਵੀਰ ਗਿਆਨੀ ਗੁਰਪ੍ਰਤਾਪ ਸਿੰਘ ਜੀ ਪਦਮ, ਸਾਰੇ ਜੱਥੇ ਵੱਲੋਂ ਮੇਰਾ ਵੀਰ ਬਿਕਰਮਜੀਤ ਸਿੰਘ ਔਰ ਹਾਂਜੀ ਕੁਲਦੀਪ ਸਿੰਘ ਬਣੀਏ ਕੇ ਔਰ ਸਾਰੇ ਵੀਰਾਂ ਵੱਲੋਂ ਸਰੰਗੀ ਮਾਸਟਰ ਵੀਰ ਸਾਰੇ ਜੱਥੇ ਵੱਲੋਂ ਵੱਡਾ ਸਨਮਾਨ ਆਏ ਨੇ। ਮੈਂ ਜੀਵ ਆਇਆ, ਪ੍ਰਬੰਧਕਾਂ ਵੱਲੋਂ ਵੀ ਆਪਣੇ ਵੱਲੋਂ ਵੀ ਵੀਰ ਜੀ ਨੂੰ ਜੀਵ ਆਇਆ। ਸਤਿਗੁਰੂ ਕਿਰਪਾ ਕਰੇ। ਅਗਲਾ ਪ੍ਰੋਗਰਾਮ ਬੜਾ ਸਵਾਦਲਾ ਹੈ, ਸੁਣ ਕੇ ਜਾਣ ਦੀ ਕਿਰਪਾਲਤਾ ਕਰਨੀ। ਪ੍ਰਬੰਧਕਾਂ ਵੱਲੋਂ ਵੀ ਬੜਾ ਮਾਣ ਸਨਮਾਨ ਆਇਆ, ਧੰਨਵਾਦ। ਵੀਰ ਤੇਜਿੰਦਰਪਾਲ ਸਿੰਘ ਜੀ ਜੋ ਆਪ ਸੈਕਟਰੀ ਸਾਹਿਬਾਨ ਸੂਰਬਾਨ ਨੇ, ਪ੍ਰਬੰਧਕ ਨੇ, ਉਹਨਾਂ ਵੱਲੋਂ ਵੀ ਵੱਡਾ ਮਾਣ ਸਨਮਾਨ ਦੇ ਕੇ ਨਿਵਾਜਿਆ ਗਿਆ ਹੈ। ਸਤਿਗੁਰੂ ਕਿਰਪਾ ਕਰੇ ਹਾਜ਼ਰੀ ਉਸ ਦਰਗਾਹ ਦੇ ਅੰਦਰ ਪ੍ਰਵਾਨ ਹੋਵੇ। ਕੋਟਾਨ ਕੋਟ ਸ਼ੁਕਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦਾ, ਆਪ ਰੱਬ ਵਰਗੀ ਸੰਗਤ ਦਾ ਰੋਮ ਰੋਮ ਕਰਕੇ ਰਿਣੀਆਂ, ਜਿਨ੍ਹਾਂ ਨੇ ਦੇਵਤਿਆਂ ਦੀ ਤਰ੍ਹਾਂ ਸਮਾਧੀਆਂ ਲਾ ਕੇ ਦਰਸ਼ਨ ਦਿਦਾਰੇ ਆਪ ਜੀ ਨੇ ਕੀਤੇ, ਗੁਰੂ ਇਤਿਹਾਸ ਨੂੰ ਸਰਵਣ ਕੀਤਾ ਹੈ। ਔਰ ਜਿਹੜੇ ਮੇਰੇ ਵੀਰ ਅਸਿੰਘ ਟੀਵੀ ਲਾਈਵ ਦੇ ਜ਼ਰੀਏ ਇਹਨਾਂ ਲਾਈਵ ਕੀਤਾ ਹੈ, ਸਾਰੀ ਟੀਮ ਦਾ ਧੰਨਵਾਦ। ਸਾਊਂਡ ਵਾਲੇ ਵੀਰ ਦਾ ਧੰਨਵਾਦ, ਵਧੀਆ ਆਪਰੇਟਰ ਹੈ, ਵਧੀਆ ਸਾਊਂਡ ਆਪਰੇਟ ਕੀਤਾ ਹੈ। ਸਤਿਗੁਰੂ ਕਿਰਪਾ ਕਰੇ। ਔਰ ਦੇਸ਼ ਵਿਦੇਸ਼ ਦੀ ਧਰਤੀ ਦੇ ਵਿੱਚ ਜਿੰਨੇ ਵੀ ਸਰੋਤੇ ਜਨ ਇਹ ਪ੍ਰੋਗਰਾਮ ਲਾਈਵ ਵੇਖ ਰਹੇ ਨੇ, ਸਾਰਿਆਂ ਦਾ ਧੰਨਵਾਦ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦਾ
ਕੋਟਾਨ ਕੋਟ ਸ਼ੁਕਰ। ਪ੍ਰਬੰਧਕ ਜਨਾਂ ਦਾ ਧੰਨਵਾਦ, ਮੇਰੇ ਵੀਰ ਜੀ ਮੇਰੇ ਪਾਜੀ ਗਿਆਨੀ ਤੇਜਿੰਦਰਪਾਲ ਸਿੰਘ ਜੀ, ਉਹਨਾਂ ਦਾ ਧੰਨਵਾਦ ਜਿਨ੍ਹਾਂ ਸਮਾਂ ਦੇ ਕੇ ਨਵਾਜਿਆ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ, ਸਤਿਗੁਰੂ ਕਿਰਪਾ ਕਰੇ ਇਹ ਪਿਆਰ ਇਸੇ ਤਰ੍ਹਾਂ ਬਣਾਈ ਰੱਖੇ। ਪਹਿਲਿਆਂ ਦਾ ਧੰਨਵਾਦ, ਆਉਣ ਵਾਲਿਆਂ ਨੂੰ ਜੀਵ ਆਇਆ। ਗਿਆਨੀ ਗੁਰਪ੍ਰਤਾਪ ਸਿੰਘ ਦੀ ਪਦਮ, ਬੜਾ ਸਵਾਦਲਾ ਪ੍ਰੋਗਰਾਮ ਹੈ, ਸੁਣ ਕੇ ਜਾਣ ਦੀ ਕਿਰਪਾਲਤਾ ਕਰਨੀ। ਕਹਤੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ, ਸਤਿਗੁਰੂ ਕਿਰਪਾ ਕਰੇ। ਦਤਾਰ ਪਾਤਸ਼ਾਹ ਹਾਜ਼ਰੀ ਪ੍ਰਵਾਨ ਦਾਸ ਚਾਨਣ ਸਿੰਘ ਬੀਏ, ਪਿੰਡ ਸੂਰਵਿੰਡ, ਤਰਨਤਾਰਨ ਪੰਜਾਬ। ਪੰਜਾਬ ਦੀ ਕੋਇਲ ਭਾਈ ਹੀਰਾ ਸਿੰਘ ਪੰਨੂ ਮੁਗਲ ਚੱਕ। ਆਵਾਡੇ ਪੰਜਾਬ ਭਾਈ ਜਤਿੰਦਰਜੀਤ ਸਿੰਘ ਜੀ ਪੰਛੀ, ਨਗਰ ਢੱਡੇ। ਜਥਾ ਇਸੇ ਤਰ੍ਹਾਂ ਸੇਵਾ ਕਰਦਾ ਜੀ। ਛਪਿਆ ਹੋਇਆ ਐਡਰੈਸ ਪਤਾ ਨੰਬਰ ਕਾਰਡ ਚਾਹੀਦਾ ਹੋਵੇ ਸਾਡੇ ਕੋਲ ਮੌਜੂਦ ਆ, ਲੈ ਸਕਦੇ ਹੋ। YouTube ਤੇ ਸਰਚ ਮਾਰਿਓ ਚਾਨਣ ਸਿੰਘ ਬੀਏ ਤੇ ਸਾਥੀ, ਸਾਰਾ ਨਕਸ਼ਾ ਸਾਹਮਣੇ ਆ ਜਾਵੇਗਾ। ਭੁੱਲਾਂ ਦੀ ਖਿਮਾ, ਆਸੀਸ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।